ਜੀ ਭਗਤਾਂ ਦਾ ਜਨਮ ਦਿਹਾੜਾ ਰਲ ਮਿਲ ਮਨਾਈਏ, ਆਓ ਮਨਾਈਏ। ਭਗਤਾਂ ਦਾ ਜਨਮ ਦਿਹਾੜਾ ਰਲ ਕੇ ਮਨਾਈਏ, ਰਲ ਕੇ ਮਨਾਈਏ। ਭਗਤਾਂ ਦਾ ਜਨਮ ਦਿਹਾੜਾ ਰਲ ਕੇ ਮਨਾਈਏ, ਰਲ ਕੇ ਮਨਾਈਏ। ਭਗਤਾਂ ਦਾ ਜਨਮ ਦਿਹਾੜਾ ਰਲ ਕੇ ਮਨਾਈਏ, ਰਲ ਕੇ ਮਨਾਈਏ। ਭਗਤਾਂ ਦਾ ਜਨਮ ਦਿਹਾੜਾ ਰਲ ਕੇ ਮਨਾਈਏ, ਰਲ ਕੇ ਮਨਾਈਏ। ਭਗਤਾਂ ਦਾ ਜਨਮ ਦਿਹਾੜਾ ਰਲ ਕੇ ਮਨਾਈਏ, ਰਲ ਕੇ ਮਨਾਈਏ। ਭਗਤਾਂ ਦਾ ਜਨਮ ਦਿਹਾੜਾ ਰਲ ਕੇ ਮਨਾਈਏ, ਆਓ ਮਨਾਈਏ। ਅੱਜ ਭਗਤਾਂ ਦਾ ਜਨਮ ਦਿਹਾੜਾ ਰਲ ਕੇ ਮਨਾਈਏ, ਰਲ ਕੇ ਮਨਾਈਏ। ਭਗਤਾਂ ਦਾ ਜਨਮ ਦਿਹਾੜਾ ਰਲ ਕੇ ਮਨਾਈਏ, ਰਲ ਕੇ ਮਨਾਈਏ। ਭਗਤਾਂ ਦਾ ਜਨਮ ਦਿਹਾੜਾ ਰਲ ਕੇ ਮਨਾਈਏ, ਰਲ ਕੇ ਮਨਾਈਏ। ਭਗਤਾਂ ਦਾ ਜਨਮ ਦਿਹਾੜਾ ਰਲ ਕੇ ਮਨਾਈਏ, ਰਲ ਕੇ ਮਨਾਈਏ। ਭਗਤਾਂ ਦਾ ਜਨਮ ਦਿਹਾੜਾ ਰਲ ਕੇ ਮਨਾਈਏ, ਰਲ ਕੇ ਮਨਾਈਏ। ਰਲ ਕੇ ਮਨਾਈਏ, ਰਲ ਕੇ ਮਨਾਈਏ ਜੀ, ਰਲ ਕੇ ਮਨਾਈਏ, ਆਓ ਮਨਾਈਏ। ਰਲ ਕੇ ਮਨਾਈਏ, ਆਓ ਮਨਾਈਏ। ਓ ਰਲ ਕੇ ਮਨਾਈਏ, ਰਲ ਕੇ ਮਨਾਈਏ। ਮਨਾਈਏ, ਰਲ ਕੇ ਮਨਾਈਏ, ਰਲ ਕੇ ਮਨਾਈਏ, ਰਲ ਕੇ ਮਨਾਈਏ। ਜੀ ਰਲ ਕੇ ਮਨਾਈਏ, ਰਲ ਕੇ ਮਨਾਈਏ, ਰਲ ਕੇ ਮਨਾਈਏ, ਰਲ ਕੇ ਮਨਾਈਏ। ਰਲ ਕੇ ਮਨਾਈਏ, ਰਲ ਕੇ ਮਨਾਈਏ, ਰਲ ਕੇ ਮਨਾਈਏ, ਰਲ ਕੇ ਮਨਾਈਏ। ਰਲ ਕੇ ਮਨਾਈਏ, ਰਲ ਕੇ ਮਨਾਈਏ, ਰਲ ਕੇ ਮਨਾਈਏ, ਰਲ ਕੇ ਮਨਾਈਏ। ਭਗਤਾਂ ਦਾ ਜਨਮ ਦਿਹਾੜਾ ਰਲ ਕੇ ਮਨਾਈਏ, ਆਓ ਮਨਾਈਏ। ਅੱਜ ਭਗਤਾਂ ਦਾ ਜਨਮ ਦਿਹਾੜਾ ਰਲ ਕੇ ਮਨਾਈਏ, ਆਓ ਮਨਾਈਏ। ਭਗਤਾਂ ਦਾ ਜਨਮ ਦਿਹਾੜਾ ਰਲ ਕੇ ਮਨਾਈਏ, ਆਓ ਮਨਾਈਏ। ਭਗਤਾਂ ਦਾ ਜਨਮ ਦਿਹਾੜਾ ਰਲ ਕੇ ਮਨਾਈਏ, ਆਓ ਮਨਾਈਏ। ਭਗਤਾਂ ਦਾ ਜਨਮ ਦਿਹਾੜਾ ਰਲ ਕੇ ਮਨਾਈਏ, ਆਓ ਮਨਾਈਏ। ਭਗਤਾਂ ਦਾ ਜਨਮ ਦਿਹਾੜਾ ਰਲ ਕੇ ਮਨਾਈਏ, ਆਓ ਮਨਾਈਏ। ਮਨ ਚਾਉ ਭਇਆ ਪ੍ਰਭਾ ਹਰ ਮੰਗਲ ਗਾਓ, ਸਖੀ ਗ੍ਰਹਿ ਮੰਦਰ ਬਣਿਆ। ਬਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੈਣ। ਗੁਰੂ ਜੀ ਨੇ ਕਿਰਪਾ ਕੀਤੀ। ਅੰਮ੍ਰਿਤ ਵੇਲੇ ਦਾ ਸਮਾਂ ਸਰਬੱਤ ਮਾਈ ਭਾਈ ਜਿਤਨੇ ਵੀ ਆਪ ਅੰਮ੍ਰਿਤ ਵੇਲੇ ਦੇ ਸਮੇਂ ਨੂੰ ਮੁੱਖ ਰੱਖਦੇ ਹਾਂ, ਸਤਿਗੁਰੂ ਦੀ ਅਪਾਰ ਕਿਰਪਾ ਦਾ ਸਦਕਾ ਬਖਸ਼ਿਸ਼ ਉਸ ਪ੍ਰਮਾਤਮਾ ਦੀ ਅੰਮ੍ਰਿਤਮਈ ਬਾਣੀ ਦੇ ਨਾਲ ਜੁੜਨ ਵਾਸਤੇ ਸੁਣਿਆ ਦੁੱਖ ਪਾਪ ਕਾ ਨਾਸ। ਮਰਜ ਕਨੇ ਤੁਰਕੀ ਬਾਣੀ ਆਈ, ਤਨ ਸਗਲੀ ਚਿੰਤ ਮਿਟਾਈ। ਸਮੇਂ ਸਮੇਂ ਅਨੁਸਾਰ ਅਕਾਲ ਪੁਰਖ ਦੀ ਇਸ ਪਾਵਨ ਪਵਿੱਤਰ ਬਾਣੀ ਨੂੰ ਭਗਤ ਜਨਾਂ ਦੀ ਡਿਊਟੀ ਲੱਗੀ, ਰੱਬ ਦੇ ਫਕੀਰਾਂ ਦੀ, ਨਾਮ ਜਪਣ ਵਾਲਿਆਂ ਦੀ। ਉਹ ਇਸ ਬਾਣੀ ਨੂੰ ਪਰਮਾਤਮਾ ਦੀ ਦਰਗਾਹ ਦੇ ਵਿੱਚੋਂ ਲੈ ਕੇ ਆਏ ਸਾਡੇ ਭਲੇ ਵਾਸਤੇ। ਕਦੋਂ ਜਦੋਂ ਭਾਈ ਜੀ ਗੁਰਦਾਸ ਜੀ ਫਰਮਾਨ ਕਰਦੇ ਨੇ, ਜਬ ਜਬ ਹੋਏ ਧਰਮ ਗਲਾਨੀ, ਤਬ ਧਰ ਆਏ ਅਵਤਾਰ ਮਹਾਨੀ। ਕਹਿੰਦੇ ਜਦੋਂ ਜਦੋਂ ਲੋਕ ਧਰਮ ਤੋਂ ਗਲਾਨੀ ਕਰਨ ਲੱਗ ਜਾਣ, ਭਾਵ ਧਰਮ ਤੋਂ ਦੂਰ ਚਲੇ ਜਾਣ, ਧਰਮ ਦੀ ਗੱਲ ਨਾ ਸੁਣਨ, ਧਰਮ ਦੇ ਮਾਰਗ ਉੱਤੇ ਰਸਤੇ ਉੱਤੇ ਨਾ ਚੱਲਣ, ਕਹਿੰਦੇ ਉਦੋਂ ਫਿਰ ਰੱਬੀ ਅਵਤਾਰ ਨੂੰ ਕਿਸੇ ਨਾ ਕਿਸੇ ਲੋਟ ਆਉਣਾ ਪੈਂਦਾ ਹੈ।
ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ 24 ਅਵਤਾਰ ਵਰਣਨ ਕਰੇ, ਪਰ ਅੱਜ ਸਾਡੇ ਕੋਲੇ ਸਭ ਤੋਂ ਵੱਡੇ ਅਵਤਾਰ ਨੇ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ। ਇਸ ਕਰਕੇ ਮਹਾਰਾਜ ਜੀ ਕਹਿਣ ਲੱਗੇ, ਜਿਹੜਾ ਸ਼ਬਦ ਗੁਰੂ ਦੇ ਲੜ ਲੱਗਿਆ ਉਹਦਾ ਭਲਾ ਹੋ ਜਾਂਦਾ ਹੈ। ਵਾਸ ਦੇ ਵਿੱਚ ਆਏ ਪ੍ਰਮਾਤਮਾ ਦੇ ਪਿਆਰੇ ਜ਼ਰੂਰ, ਪਰ ਉਹਨਾਂ ਨੇ ਜੋੜਿਆ ਇੱਕ ਕੇਵਲ ਤੇ ਕੇਵਲ ਸ਼ਬਦ ਦੇ ਨਾਲ, ਵੀ ਸ਼ਬਦ ਦੇ ਨਾਲ ਜੁੜੋ, ਭਲਾ ਇਹਨੇ ਕਰਨਾ। ਪਰ ਜਿੰਨੀ ਕੋ ਉਹਨਾਂ ਦੀ ਡਿਊਟੀ ਸੀ ਉਹ ਆਪਣੀ ਡਿਊਟੀ ਪੂਰੀ ਕਰਕੇ ਚੱਲਦੇ ਬਣੇ। ਸਤਯੁਗ ਦੇ ਵਿੱਚ ਆਏ, ਦੁਆਪਰ ਵਿੱਚ ਆਏ, ਤ੍ਰੇਤੇ ਵਿੱਚ ਆਏ, ਤੇ ਕਲਯੁਗ ਦੇ ਵਿੱਚ ਅੱਜ ਕੌਣ ਹੈ? ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਦੁਆਪਰ ਦੇ ਵਿੱਚ ਸਮੇਂ ਦੀ ਲੋੜ ਸੀ, ਵੀ ਥੋੜੀ ਬਿਮਾਰੀ ਉਹੇ ਜਿਹੇ ਅਵਤਾਰ ਭੇਜ ਦਿੱਤੇ ਵੀ ਤੁਸੀਂ ਇੰਨੀ ਕੁ ਡਿਊਟੀ ਬਜਾ ਕੇ ਮੁੜ ਆਏ ਹੋ। ਸਤਯੁਗ ਦੇ ਵਿੱਚ ਉਹ ਓਨੇ ਕੁ ਭਗਤਾਂ ਦੀ ਲੋੜ ਸੀ, ਓਨੀ ਕੁ ਸ਼ਕਤੀ ਦੀ ਲੋੜ ਸੀ, ਓਨੀ ਕੁ ਦਵਾਈ ਦੀ ਲੋੜ ਸੀ। ਉਹਨਾਂ ਨੇ ਉਸ ਵਕਤ, ਵੈਸੇ ਹੈ ਚਾਰੇ ਯੁੱਗ ਮਨੁੱਖ ਕੋਲੇ ਹਰ ਵਕਤ ਹੀ, ਕਿਉਂਕਿ ਇਹ ਕਿਹਾ ਜਾਂਦਾ ਵੀ ਅੱਜ ਕਲਯੁਗ ਦਾ ਸਮਾਂ, ਕਲ ਕਲੇਸ਼ ਦਾ ਯੁੱਗ ਹੈ। ਲੋਕ ਅੱਜ ਕੋਈ ਤਨ ਦੁਖੀ, ਕੋਈ ਮਨ ਦੁਖੀ, ਕੋਈ ਚਿੰਤਾ ਚਿਤ ਉਦਾਸ, ਥੋੜੇ ਥੋੜੇ ਸਭ ਦੁਖੀ, ਕਿ ਸੁਖੀ ਹਰੀ ਦਾ ਦਾਸ। ਕੋਈ ਤਨ ਕਰਕੇ ਦੁਖੀ ਹੈ, ਕੋਈ ਮਨ ਕਰਕੇ ਦੁਖੀ ਹੈ, ਕੋਈ ਧਨ ਕਰਕੇ ਦੁਖੀ ਹੈ। ਉਹ ਕਹਿੰਦਾ ਬਹੁਤਾ ਧਨ ਆ ਜੀ ਮੈਂ ਸੁਖੀ ਹੋ ਜਾ। ਪਰ ਮਹਾਰਾਜ ਜੀ ਕਹਿਣ ਲੱਗੇ, ਚੀਜ਼ਾਂ ਸੁਖਦਾਈ ਨਹੀਂ ਹੈ। ਕਿਹੜੀ ਸੁਖਦਾਈ, ਕਿਹੜੀ ਚੀਜ਼ ਹੈ? ਹਰ ਕੋ ਨਾਮ ਸਦਾ ਸੁਖਦਾਈ। ਪਰਮਾਤਮਾ ਦਾ ਨਾਮ ਹੀ ਸੁਖਦਾਈ ਹੈ। ਬਾਕੀ ਜਿਤਨਾ ਵੀ ਕੁਟੰਬ ਹੈ ਉਹ ਸਭ ਇੱਥੇ ਹੀ ਰਹਿ ਜਾਣਾ, ਛੱਡ ਜਾਣਾ ਮਨੁੱਖ ਨੇ। ਜਾਂ ਕੁਟੰਬ ਛੱਡ ਜੂ ਜਾਂ ਅਸੀਂ ਛੱਡ ਜਾਾਂਗੇ ਇੱਕ ਦਿਨ। ਇਹ ਸੁਖ ਰੂਪ ਨਹੀਂ, ਇਹ ਦੁੱਖ ਰੂਪ ਹੈ। ਮਹਾਰਾਜ ਜੀ ਕਹਿੰਦੇ, ਰਾਜੇ ਬਲ ਨੂੰ ਸਮਝਾਉਣ ਵਾਸਤੇ ਬਸ ਥੋੜਾ ਜਿਹਾ ਸਮਾਂ ਹੀ ਅਵਤਾਰ ਆਏ, ਥੋੜਾ ਜਿਹਾ ਸਮਾਂ। ਕੌਣ? 52 ਰੂਪ, 52 ਉਂਗਲ ਦਾ ਪ੍ਰਮਾਤਮਾ ਰੂਪ ਆਪਣਾ ਧਾਰਨ ਕਰਕੇ ਆਇਆ। 52 ਉਂਗਲ ਦਾ ਸਭ ਤੋਂ ਛੋਟਾ ਭਾਵ। ਰਾਜਾ ਜਿਹੜਾ ਸੀ ਨਾ, ਉਹ ਜਗ ਤਾਂ ਜ਼ਰੂਰ ਕਰਦਾ ਸੀ, ਭਗਤ ਵੱਡਾ ਰਾਜਾ ਜਿਹੜਾ ਉਹ ਭਾਈ ਗੁਰਦਾਸ ਜੀ ਨੇ ਵੀ ਲਿਖਿਆ, ਕਹਿੰਦੇ ਜਨਕ ਵੀ ਹੋਇਆ, ਵੱਡਾ ਰਾਜਾ ਵੀ ਹੋਇਆ। ਤੇ ਇੱਧਰ ਰਾਜੇ ਨੇ ਜਗ ਕਰਿਆ, ਕੀ ਕਾਰਨ ਕਰਕੇ ਮੈਂ ਕਿਸੇ ਦਾ ਰਾਜ ਖੋਲਾਂ। ਰਾਜ ਖੋਣ ਵਾਸਤੇ ਜਗ ਸ਼ੁਰੂ ਕਰ ਲਿਆ, 99 ਜਗ ਹੋ ਗਏ। ਫਿਰ ਪਰਮਾਤਮਾ ਕਹਿੰਦੇ ਚੰਗੀ ਗੱਲ ਨਹੀਂ, ਰਾਮ ਦਾ ਨਾਮ ਦਾ ਨਾਮ, ਪਰਮਾਤਮਾ ਦਾ ਨਾਮ ਜਪਣਾ, ਜਗ ਕਰਨਾ, ਪੁੰਨ ਦਾਨ ਕਰਨਾ, ਇਹ ਤਾਂ ਕੇਵਲ ਤੇ ਕੇਵਲ ਇੱਕ ਮੁਕਤੀ ਵਾਸਤੇ ਹੈ। ਪਰ ਤੂੰ ਗਲਤ ਕਰ ਰਿਹਾ ਹੈ। ਯੱਗ ਕਰਨਾ ਚੰਗੇ ਇਰਾਦੇ ਨਾਲ ਕਰ। ਪਰਮਾਤਮਾ ਦਾ ਨਾਮ ਜਪਣਾ ਚੰਗੇ ਇਰਾਦੇ ਨਾਲ ਜਪ। ਇਸ ਵਾਸਤੇ ਨਹੀਂ ਵੀ ਪਰਮਾਤਮਾ ਦਾ ਨਾਮ ਕਿਸੇ ਦਾ ਬੁਰਾ ਕਰਦਾ ਹੈ, ਨਹੀਂ। ਇੱਥੇ ਤਾਂ ਰੋਜ਼ਾਨਾ ਦੀ ਤਰ੍ਹਾਂ 2 ਟਾਈਮ ਕਿਹਾ ਜਾਂਦਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ। 2 ਟਾਈਮ ਅਰਦਾਸ ਹੁੰਦੀ ਹੈ ਸਰਬੱਤ ਦੇ ਭਲੇ ਵਾਸਤੇ। ਕਿੰਨੇ ਗੁਰਦੁਆਰੇ ਨੇ ਵਰਲਡ ਦੇ ਵਿੱਚ? ਹਰ ਇੱਕ ਗੁਰੂ ਘਰ ਵਿੱਚ ਉਹੀ ਆਵਾਜ਼ ਆਊਗੀ। ਭਾਵੇਂ ਜਦੋਂ ਮਰਜ਼ੀ ਅਰਦਾਸ ਕਰੋ ਗੁਰੂ ਘਰ ਦੇ ਵਿੱਚ, ਆਖਰੀ ਵਾਰੀ ਇਹ ਕਿਹਾ ਜਾਂਦਾ ਵੀ ਸਰਬੱਤ ਦਾ ਭਲਾ। ਨਾ ਕਿਸੇ, ਨਾ ਜਾਤ ਦਾ, ਨਾ ਬਰਾਦਰੀ ਦਾ, ਕਿਸੇ ਦਾ ਨਾਂ ਨਹੀਂ ਲੈ ਕੇ ਕਿਹਾ। ਕੇਵਲ ਤੇ ਕੇਵਲ ਸਰਬੱਤ ਦੇ ਭਲੇ ਦੀ ਹੀ ਗੱਲ ਕੀਤੀ ਗਈ ਹੈ। ਤੇ ਉਧਰ ਅੱਜ ਸ੍ਰਿਸ਼ਟੀ ਕਰਤਾ, ਇਹ ਵੀ ਕਿਹਾ ਜਾਂਦਾ ਵੀ ਸ੍ਰਿਸ਼ਟੀ ਦਾ ਕਰਤਾ ਸੀ। ਮੈਰਜ ਕਰਦਾ ਸਮੇਂ ਸਮੇਂ ਜਿਵੇਂ ਜਿਵੇਂ ਭਗਵਾਨ ਨੂੰ ਲੋੜ ਪੈਂਦੀ ਗਈ, ਉਸੇ ਤਰ੍ਹਾਂ ਅਵਤਾਰ ਭੇਜਦਾ ਗਿਆ। ਜਦੋਂ ਪਤਾ ਲੱਗਿਆ ਵੀ ਅੱਜ ਗਰੀਬਾਂ ਨੂੰ ਬਹੁਤਾ ਜ਼ਿਆਦਾ ਲਤਾੜਿਆ ਜਾ ਰਿਹਾ ਹੈ, ਗਰੀਬਾਂ ਦਾ ਨਰਾਦਰ ਹੋ ਰਿਹਾ ਹੈ, ਇਹਨਾਂ ਗਰੀਬਾਂ ਨੂੰ ਨਾਮ ਜਪਣ ਦਾ ਕੋਈ ਅਧਿਕਾਰ ਨਹੀਂ ਸੀ, ਵੇਦ ਪੜ੍ਹਨ ਦਾ, ਸੁਣਨ ਦਾ ਕੋਈ ਅਧਿਕਾਰ ਨਹੀਂ ਸੀ। ਜੇ ਕੋਈ ਸ਼ੂਦਰ ਨਾਮ ਜਪਦਾ ਵੀ ਤਾਂ ਉਹਦੀ ਜ਼ੁਬਾਨ ਕੱਟ ਦਿੰਦੇ ਸੀ।
ਸਮੇਂ ਦੇ ਬ੍ਰਾਹਮਣ ਲੋਕ ਇਹੋ ਜਿਹੇ ਸ਼ਰੀਅਤ ਲੋਕ ਸੀ ਜਿਹੜੇ, ਜੇ ਕੋਈ ਨਾਮ ਜਪਦਾ ਉਹਦੀ ਜ਼ੁਬਾਨ ਕੱਟੀ ਜਾਂਦੀ, ਜੇ ਕੋਈ ਸੁਣਦਾ ਉਹਦੇ ਕੰਨਾਂ ਵਿੱਚ ਛਿੱਕਾ ਢਾਲ ਕੇ ਪਾਇਆ ਜਾਂਦਾ, ਤੂੰ ਅਧਿਕਾਰੀ ਨਹੀਂ ਹੈ ਨਾਮ ਜਪਣ ਦਾ। ਪਰ ਮਹਾਰਾਜ ਕਹਿੰਦੇ ਜਿਨ੍ਹਾਂ ਜਿਨ੍ਹਾਂ ਨੇ ਪ੍ਰਮਾਤਮਾ ਦਾ ਨਾਮ ਸੁਣ ਵੀ ਲਿਆ ਨਾ, ਇੱਕ ਵਾਰੀ ਸੁਣ ਲਿਆ, ਉਹਨਾਂ ਦਾ ਭਲਾ ਹੋ ਗਿਆ, ਬੇੜਾ ਪਾਰ ਹੋ ਗਿਆ। ਕੋਈ ਮਾਤਾ ਉਹਦੇ ਘਰ ਦੇ ਵਿੱਚ ਇੱਕ ਇਕਲੌਤਾ ਜਿਹਾ ਪੁੱਤਰ ਹੈ, ਛੋਟਾ ਜਿਹਾ, ਉਹਦਾ ਜਿਹੜਾ ਪਤੀ ਸੀ ਉਹ ਚਲਿਆ ਗਿਆ, ਅੱਡੋ ਅੱਡੀ ਡਿਊਟੀ ਹੈ। ਉਹਦਾ ਜਿਹੜਾ ਪਤੀ ਸੀ ਉਹ ਚੋਰੀ ਕਰਦਾ ਹੈ, ਡਾਕੇ ਮਾਰਦਾ ਸੀ। ਉਹ ਪੁੱਤਰ ਜਿਹੜਾ ਸੀ ਨਾ ਉਹ ਅਨਾਥ ਹੋ ਗਿਆ, ਮਾਂ ਵਿਧਵਾ ਹੋ ਗਈ। ਛੋਟਾ ਜਿਹਾ ਪੁੱਤਰ ਹੈ, ਕੁਝ ਕਡਾਰ ਹੋਇਆ, ਮਾਂ ਨੂੰ ਪੁੱਛਦਾ, ਮਾਂ ਮੈਂ ਹੁਣ ਕੀ ਕੰਮ ਕਰਾਂ? ਮੇਰਾ ਪਿਤਾ ਕੀ ਕਰਦਾ ਸੀ, ਮੇਰਾ ਦਾਦਾ ਕੀ ਕਰਦਾ ਸੀ, ਮੇਰਾ ਪੜਦਾਦਾ ਕੀ ਕੰਮ ਕਰਦਾ ਸੀ? ਉਹ ਕਹਿੰਦੀ, ਪੁੱਤਰਾ ਤੇਰਾ ਪਿਤਾ ਤਾਂ ਕੰਮ ਕਰਦਾ ਸੀ, ਪਰ ਤੇਰੇ ਪੜਦਾਦੇ ਦਾ ਨਹੀਂ ਪਤਾ। ਜਦੋਂ ਮੈਂ ਆਈ ਹਾਂ ਉਦੋਂ ਤਾਂ ਉਹ ਸਵਰਗ ਸੁਧਾਰ ਗਿਆ ਸੀ। ਅੱਛਾ, ਹਾਂ ਤੈਨੂੰ ਵੀ ਇਹੀ ਕੰਮ ਕਰਨਾ ਪਊ, ਕਿਉਂਕਿ ਘਰ ਦੇ ਕੁਟੁੰਬ ਨੂੰ ਬੱਚੇ ਪਾਲਣੇ ਨੇ, ਤੈਨੂੰ ਵੀ ਇਹੀ ਕੰਮ ਕਰਨਾ ਪਊ। ਕਹਿਣ ਲੱਗਿਆ, ਠੀਕ ਹੈ, ਇਹਦੇ ਵਾਸਤੇ ਕਿਹੜੀ ਕਿਹੜੀ ਗੱਲ ਦੀ ਲੋੜ ਹੈ, ਜ਼ਰੂਰਤ ਹੈ? ਹਰ ਇੱਕ ਜਦੋਂ ਕੋਈ ਨਾ ਕੋਈ ਪ੍ਰੋਗਰਾਮ ਹੈ ਜਾਂ ਘਰ ਵਿੱਚ ਕੋਈ ਵੀ ਫੰਕਸ਼ਨ ਆ, ਉਹਦੇ ਵਿੱਚ ਆਪਾਂ ਦੇਖਦੇ ਵੀ ਇਸ ਕੰਮ ਦੀ ਆਹ ਜ਼ਰੂਰਤ ਹੈ, ਇੱਧਰ ਨੂੰ ਜਾਣਾ, ਆਪਾਂ ਨੇ ਇੱਥੋਂ ਆਹ ਲੈ ਕੇ ਆਉਣਾ, ਸਾਰੀ ਦਿਮਾਗ ਵਿੱਚ ਬਣੀ ਹੁੰਦੀ ਹੈ ਰੀਲ। ਉਹ ਕਹਿਣ ਲੱਗੀ, ਕੰਮ ਤੇਰਾ ਇਹੀ ਹੈ, ਪਰ ਇੱਕ ਗੱਲ ਦਾ ਖਾਸ ਧਿਆਨ ਰੱਖੀ, ਕਿਤੇ ਪੱਟੇ ਹੋਇਆਂ ਦੇ ਵਿਹੜੇ ਵਿੱਚ ਨਾ ਚਲਿਆ ਜਾਏ। ਉਹ ਵੱਸਦੇ ਵੀ ਇੱਥੇ ਹੀ ਨੇ ਮਾਤਾ। ਉਹ ਕਿਹੜੇ ਨੇ? ਕਹਿੰਦੀ, ਹਾਂ ਬਸ ਉਹਨਾਂ ਦੇ ਕਿਤੇ ਘਰ ਨਾ ਚਲਿਆ ਜਾਈ। ਤੇ ਦੂਸਰਾ, ਕਿਤੇ ਸੰਗਤ ਹੁੰਦੀ ਹੈ, ਕਥਾ ਹੁੰਦੀ ਹੈ, ਕੀਰਤਨ ਹੁੰਦਾ ਹੈ, ਹਰ ਕੋ ਨਾਮ ਕਥਾ ਕੀਰਤਨ ਸੁਖਦਾਈ। ਕਹਿੰਦੀ ਕਿਤੇ ਵੀ ਕੀਰਤਨ ਹੁੰਦਾ ਹੈ, ਕਥਾ ਹੁੰਦੀ ਹੈ, ਉੱਥੋਂ ਦੀ ਤੂੰ ਲੰਘ ਜੀ ਫਟਾਫਟ, ਤੇਰੇ ਕੰਨ ਵਿੱਚ ਆਵਾਜ਼ ਨਾ ਪਵੇ, ਦੋਨੇ ਉਂਗਲਾਂ ਕੰਨ ਵਿੱਚ ਦੇ ਲਿਆ ਕਰੀ। ਕਹਿੰਦਾ ਠੀਕ ਹੈ। ਅੱਗੇ ਚੱਲ ਪਿਆ, ਕਿਸੇ ਦੇ ਘਰ ਵਾਸਤੇ ਚੋਰੀ ਕਰਨ, ਸ਼ਾਹੂਕਾਰਾਂ ਦੇ ਤਕੜੇ ਘਰ ਦੇ ਵੜਿਆ, ਪਾੜ ਲਾ ਲਿਆ, ਚੋਰੀ ਕਰ ਲਈ, ਵਾਪਸ ਮੁੜਿਆ ਆਉਂਦਾ ਹੈ। ਆਉਂਦੇ ਆਉਂਦੇ ਰਸਤੇ ਦੇ ਵਿੱਚ ਸਤ ਸੰਗਤ ਦੀ ਆਵਾਜ਼ ਪਈ ਕੰਨਾਂ ਵਿੱਚ, ਜਿੱਥੇ ਪਿਆਰ ਦੇ ਵਿੱਚ ਆ ਕੇ ਰੱਬ ਦੇ ਫਕੀਰ ਪੜ ਰਹੇ ਨੇ ਬਈ ਇਹ ਜਿਹੜਾ ਵੀ ਕੋਈ ਠੱਗੀ ਮਾਰਦਾ ਹੈ, ਬਹੁ ਪਰਪੰਚ ਕਰ ਪਰ ਧਨ ਲਿਆਵੇ, ਸੁਤਦਾਰਾ ਪਹਿ ਆਨ ਲਟਾਵੇ। ਹੁਣ ਉਹ ਕੰਨਾਂ ਵਿੱਚ ਆਵਾਜ਼ ਪੈ ਰਹੀ ਹੈ ਤੇ ਉਹ ਕਹਿੰਦਾ, ਮੇਰੀ ਮਾਂ ਨੇ ਕਿਹਾ ਸੀ ਵੀ ਜਿਹੜਾ ਨਾ ਇਹ ਸੰਗਤ ਦੀ ਆਵਾਜ਼ ਤੇਰੇ ਕੰਨਾਂ ਵਿੱਚ ਨਾ ਪਵੇ। ਉਹਨੇ ਛੇਤੀ ਦੇਣੇ ਸਮਾਨ ਥੱਲੇ ਰੱਖਤਾ, ਕੁਝ ਕੁ ਕਹਿ ਲੋ ਵੀ ਗਲ ਨਾਲ ਬੰਨਿਆ ਹੋਇਆ ਸੀ, ਉਹਦੇ ਬਾਹਾਂ ਬੂਹਾਂ ਨਾਲ ਬੰਨਿਆ। ਉਹਨੇ ਫਟਾਫਟ ਦੋਨੇ ਕੰਨਾਂ ਉਂਗਲਾਂ ਦੇ ਵਿੱਚ ਦੇ ਕੇ ਇਸ ਤਰ੍ਹਾਂ ਤੁਰਿਆ ਜਾਂਦਾ ਹੌਲੀ ਹੌਲੀ। ਜਦੋਂ ਤੁਰਿਆ ਜਾਂਦਾ ਹੈ, ਰਸਤੇ 'ਚ ਆ ਕੇ ਜਮਾਇਣ ਬਾਰ ਵਿੱਚ ਜਿੱਥੇ ਸੰਗਤ ਹੋ ਰਹੀ ਹੈ, ਉੱਥੇ ਉਹਦੇ ਪੈਰ ਵਿੱਚ ਕੋਈ ਕੰਡਾ ਵੱਜਿਆ ਸੀ। ਰੁਕ ਗਿਆ, ਉਧਰ ਆਵਾਜ਼ਾਂ ਪੈ ਰਹੀਆਂ ਨੇ, ਕੀਰਤਨ ਹੋ ਰਿਹਾ ਹੈ, ਕਥਾ ਹੋ ਰਹੀ ਹੈ। ਜਦੋਂ ਉਹ ਕਹਿੰਦਾ, ਹੁਣ ਮੈਂ ਕੰਡਾ ਕੱਢਣ ਵਾਸਤੇ ਮੈਨੂੰ ਕਿਸੇ ਦੀ ਲੋੜ ਹੈ, ਨਾਲ ਦੇ ਸਹਾਇਕ ਬੰਦੇ ਦੂਸਰ ਹੋਏ ਤਾਂ ਸੋਝੀ ਪਾਏ। ਕਹਿੰਦਾ ਜੇ ਕੋਈ ਹੋਰ ਬੰਦਾ ਹੋਵੇ ਤਾਂ ਮੇਰਾ ਕੰਡਾ ਕੱਢੇ, ਜੇ ਮੈਂ ਕੰਡਾ ਕੱਢਦਾ ਤਾਂ ਇੱਕ ਹੱਥ ਵਿੱਚੋਂ ਆ ਕੰਨ ਵਿੱਚੋਂ ਉਂਗਲ ਕੱਢਣੀ ਪਊ ਮੈਨੂੰ ਬਾਹਰ। ਚਲੋ ਉਹਨੇ ਇੱਕ ਹੱਥ ਕੱਢਿਆ, ਫਟਾਫਟ ਕੰਡਾ ਕੱਢ ਕੇ ਉਸੇ ਵਕਤ ਫੇਰ ਉਧਰ ਆਵਾਜ਼ ਦੇ ਵਿੱਚ ਆਇਆ ਕਥਾ ਦੇ ਵਿੱਚ, ਕਹਿੰਦੇ ਜਿਤਨੇ ਵੀ ਦੇਵੀ ਦੇਵਤੇ ਹੁੰਦੇ ਇਹਨਾਂ ਦੀ ਸ਼ਾਨ ਨਹੀਂ ਹੁੰਦੀ, ਬਸ ਇੱਕੋ ਹੀ ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ। ਕਹਿੰਦੇ ਇਹਨਾਂ ਦੀ ਸ਼ਾਨ ਨਹੀਂ ਹੁੰਦੀ। ਬਸ ਇਹ ਜਦੋਂ ਸਮਾਨ ਲੈ ਕੇ ਘਰ ਵਿੱਚ ਇੱਕ ਗੱਲ ਜ਼ਰੂਰ ਪੈ ਗਈ, ਇੱਕੋ ਹੀ। ਅੱਗੇ ਜਦੋਂ ਘਰ ਵਿੱਚ ਗਿਆ ਤੇ ਜਾ ਕੇ ਸਮਾਨ ਰੱਖ ਦਿੱਤਾ, ਪੜਤਾਲ ਹੋਈ ਤੇ ਉਹ ਚੋਰ ਫੜਿਆ ਗਿਆ, ਫੜ ਕੇ ਅੰਦਰ ਬੰਦ ਕਰ ਦਿੱਤਾ, ਕੁੱਟ ਕਟਾਪਾ ਹੋਇਆ, ਪਰ ਨਾ ਮੰਨਿਆ। ਉਹ ਕਹਿਣ ਲੱਗੇ, ਰਾਜੇ ਨੇ ਕਿਹਾ ਵੀ ਇਹ ਥੋੜਾ ਜਿਹਾ ਜਿਹੜੇ ਇਹੋ ਜਿਹੇ ਭਗਤ ਹੁੰਦੇ ਨੇ ਚੋਰ, ਇਹ ਦੇਵੀ ਦੇਵਤਿਆਂ ਤੇ ਵੱਧ ਭਰੋਸਾ ਰੱਖਦੇ ਨੇ, ਮਨਾਉਣਾ ਜ਼ਰੂਰ ਹੈ ਇਹਨੂੰ। ਕਹਿੰਦੇ ਚੰਗਾ ਫਿਰ ਇਉਂ ਕਰੋ,
ਇੱਕ ਕੋਈ ਉਸ ਨਗਰ ਵਿੱਚ ਰਹਿਣ ਵਾਲੀ ਬੀਬੀ ਉਹ ਕਹਿਣ ਲੱਗੀ, ਮੈਂ ਕੱਢ ਲੂੰ ਇਹ ਪੈੜ ਚਾਲ, ਮੈਨੂੰ 2 ਦਿਨਾਂ ਦੀ ਦਿਓ ਸਮਾਂ। ਉਹਨੇ ਨਕਲੀ ਬਨੌਟੀ ਜਿਹੇ ਕੱਪੜੇ ਪਾ ਲਏ, ਦੇਵੀ ਦੇਵਤਿਆਂ ਵਾਲੇ ਨੇ ਨਕਲੀ ਜਿਹੇ ਬਨੌਟੀ ਕੱਪੜੇ ਪਾ ਲਏ, ਹੱਥ 2-3 ਉਹਨੇ ਹੋਰ ਜਿਹੜੇ ਉਹ ਬਨੌਟੀ ਜਿਹੇ ਲਾ ਲਏ, ਹੱਥ ਵਿੱਚ ਤਰਸੂਲ ਫੜ ਲਿਆ, ਲਾਲ ਵਸਤਰ ਪਾ ਲਏ, ਭਾਵ ਦੇਵੀ ਵਾਲਾ ਰੂਪ ਧਾਰਨ ਕਰ ਲਿਆ ਉਹਨੇ। ਰਾਤ ਦਾ ਸਮਾਂ, ਰਾਤ ਦੀ ਉਹ ਕਾਲ ਕੋਠੜੀ ਵਿੱਚ ਬੰਦ ਕਰਿਆ ਹੋਇਆ ਹੈ। ਰਾਤ ਦਾ ਸਮਾਂ ਅੰਦਰ ਹੱਥ ਉੱਤੇ ਦੀਵਾ ਰੱਖ ਕੇ ਉਹਨੇ ਗੇਟ ਖਲਾਇਆ, ਅੰਦਰਲੇ ਪਾਸੇ ਚਲੀ ਗਈ। ਉਹ ਚੋਰ ਨੇ ਉੱਠ ਕੇ ਮੱਥਾ ਟੇਕਿਆ, ਦੇਵੀ ਆਈ ਹੈ ਮੇਰਾ ਦੁੱਖ ਸੁਣਨ ਵਾਸਤੇ। ਮੱਥਾ ਟੇਕਿਆ ਤੇ ਉਹ ਦੇਵੀ ਨੇ ਆਖਿਆ, ਪੁੱਤਰਾ ਮੈਂ ਤੈਨੂੰ ਸਭ ਕੁਝ ਜਾਣਦੀ ਹਾਂ, ਤੂੰ ਨਿਰਦੋਸ਼ ਹੈ, ਤੈਂ ਚੋਰੀ ਨਹੀਂ ਕਰੀ। ਇਸ ਤਰ੍ਹਾਂ ਭਰਮਾ ਲਿਆ, ਭਾਵ ਕਹਿਣ ਤੋਂ ਬੜੇ ਐਸੇ ਲੋਕ ਹੁੰਦੇ ਨੇ ਗੱਲਾਂ ਗੱਲਾਂ ਦੇ ਵਿੱਚ ਭਰਮਾ ਵੀ ਲੈਂਦੇ ਨੇ। ਮੈਨੂੰ ਪਤਾ ਤਾਂ ਚੋਰੀ ਨਹੀਂ ਕੀਤੀ, ਤੈਨੂੰ ਰਾਜੇ ਨੇ ਫੜ ਕੇ ਨਾ ਜਾਣ ਕੇ ਬੰਦ ਕਰਿਆ। ਉਧਰ ਦੂਜੀ ਧਿਰ ਵਾਲੀ ਵੱਧ ਪੈਸਿਆਂ ਵਾਲੇ ਨੇ, ਉਹਨਾਂ ਨੇ ਤੈਨੂੰ ਅੰਦਰ ਖੜਾਤਾ, ਸ਼ਾਇਦ ਤੈਨੂੰ ਕੱਲ ਪਰਸੋਂ ਤੱਕ ਫਾਂਸੀ ਹੋ ਜੇ, ਪਰ ਮੈਨੂੰ ਸਹੀ ਸਹੀ ਗੱਲ ਦਾ ਦੱਸ ਦੇ, ਤੈਂ ਚੋਰੀ ਤਾਂ ਨਹੀਂ ਕੀਤੀ। ਉਹ ਕਹਿਣ ਲੱਗੇ, ਹੈ ਤਾਂ ਮਾਤਾ ਜਾਣੀ ਜਾਣ ਹੈ, ਪਤਾ ਇਹਨੂੰ ਮੈਂ ਚੋਰੀ ਕਰੀ ਹੈ, ਇਹ ਕਹਿੰਦੀ ਕੀਤੀ ਨਹੀਂ ਹੈ। ਦੇਖੋ ਖਿਆਲ ਅੱਡੋ ਅੱਡੀ ਨੇ ਨਾ ਦੋਨਾਂ ਦੇ। ਮੈਂ ਚੋਰੀ ਕਰੀ ਹੈ, ਮਾਤਾ ਕਹਿੰਦੀ ਇਹਨੇ ਚੋਰੀ ਨਹੀਂ ਕਰੀ, ਕੀ ਕਹਾ? ਉਹ ਕਹਿਣ ਲੱਗਾ, ਮਾਤਾ ਤੂੰ ਜਾਣੀ ਜਾਣ ਹੈ, ਤੈਨੂੰ ਪਤਾ ਹੈ ਮੈਂ ਤੇਰਾ ਭਗਤ ਹੈ, ਮੈਂ ਤੇਰੀ ਸੇਵਾ ਕਰਨ ਵਾਲਾ, ਰੋਜ਼ ਤੈਨੂੰ ਮੱਥਾ ਟੇਕਦਾ ਹੈ, ਮੈਂ ਨਹੀਂ ਚੋਰੀ ਕੀਤੀ ਏ। ਬੜਾ ਉਹਨੇ ਤਝਾ ਕੇ ਪੁੱਛਿਆ, ਨਾ ਦੱਸਿਆ। ਫਿਰ ਉਹ ਸੰਤਾਂ ਦਾ ਇੱਕ ਬਚਨ ਕਿਹਾ ਹੋਇਆ ਨਾ, ਜਿਹਨੂੰ ਗੁਰਬਾਣੀ ਵਿੱਚ ਜਪਜੀ ਸਾਹਿਬ ਮਹਾਰਾਜ ਜੀ ਫਰਮਾਨ ਕਰਦੇ ਹਨ, ਉਹ ਕੀ ਕਹਿੰਦੇ, ਜੇ ਕਿਤੇ ਇੱਕੋ ਹੀ ਅੱਖਰ ਵੇਖੈ ਨਦਰ ਨਿਹਾਲ ਕਰ ਕਰ ਵੇਖੈ ਕਰ ਕਰ ਵੇਖੈ, ਵੇਖੈ ਨਦਰ ਨਿਹਾਲ ਕਰ ਕਰ ਵੇਖੈ ਕਰ ਕਰ ਵੇਖੈ, ਵੇਖੈ ਨਦਰ ਨਿਹਾਲ ਕਰ ਕਰ ਵੇਖੈ ਕਰ ਕਰ ਵੇਖੈ, ਵੇਖੈ ਨਦਰ ਨਿਹਾਲ ਕਰ ਕਰ ਵੇਖੈ ਕਰ ਕਰ ਵੇਖੈ, ਵੇਖੈ ਨਦਰ ਨਿਹਾਲ ਕਰ ਕਰ ਵੇਖੈ ਕਰ ਕਰ ਵੇਖੈ, ਵੇਖੈ ਨਦਰ ਨਿਹਾਲ ਕਰ ਕਰ ਵੇਖੈ ਕਰ ਕਰ ਵੇਖੈ। ਰੱਬ ਦੀ ਨਦਰ ਪੈ ਜੇ, ਪਰਮਾਤਮਾ ਦੀ ਕਰ ਕਰ ਵੇਖੈ ਨਦਰ ਨਿਹਾਲ, ਨਾਨਕ ਨਦਰੀ ਨਦਰ ਨਿਹਾਲ। ਇਸ ਕਰਕੇ ਉਹ ਬਸ ਅਜੇ ਦੱਸਣੀ ਲੱਗਿਆ ਸੀ ਵੀ ਹਾਂ ਚੋਰੀ ਤਾਂ ਮੈਂ ਹੀ ਕੀਤੀ ਹੈ। ਜਦੋਂ ਉਹ ਉਹਦੇ ਮਨ ਵਿੱਚ ਆਈ ਵੀ ਮੈਂ ਦੱਸ ਦਿਆਂ, ਮਾਤਾ ਸਾਹਮਣੇ ਖੜੀ ਹੈ ਮੇਰੇ, ਸ਼ਾਇਦ ਮੈਨੂੰ ਬਚਾ ਲੇ, ਪਰ ਸੰਤਾਂ ਦਾ ਕਿਹਾ ਹੋਇਆ ਬਚਨ ਉਸ ਵਕਤ ਚੇਤੇ ਆ ਗਿਆ, ਦੇਵੀ ਦੇਵਤਿਆਂ ਦੀ ਸ਼ਾਨ ਨਹੀਂ ਹੁੰਦੀ, ਪਰਛਾਵਾਂ ਨਹੀਂ ਹੁੰਦਾ। ਕਹਿੰਦਾ ਇਹਦੇ ਹੱਥ ਉੱਤੇ ਦੀਵਾ ਰੱਖਿਆ ਹੋਇਆ ਹੈ, ਇਹਦੇ ਪਰਛਾਵਾਂ ਦੂਰ ਤੱਕ ਜਾਂਦਾ ਹੈ, ਇਹ ਦੇਵੀ ਤਾਂ ਨਹੀਂ ਹੈ, ਇਹ ਤਾਂ ਕੋਈ ਨਕਲੀ ਹੈ। ਬਸ ਉਸੇ ਵਕਤ ਕਹਿ ਦਿੱਤਾ, ਮੈਂ ਨਹੀਂ ਚੋਰੀ ਕੀਤੀ। ਤੇ ਇੱਕੋ ਹੀ ਬਚਨ ਕਮਾਇਆ ਹੋਇਆ ਸਾਧੂਆਂ ਦਾ, ਉਹ ਵੀ ਇਸ ਤਰ੍ਹਾਂ ਐ ਬੈਠ ਕੇ ਨਹੀਂ, ਜਾਂਦੇ ਜਾਂਦੇ ਦੇ ਕੰਨ ਵਿੱਚ ਕਿਤੇ ਆਵਾਜ਼ ਪੈ ਗਈ, ਫਾਂਸੀ ਦੇ ਰੱਸੇ ਤੋਂ ਲਾ ਲਿਆ। ਜਾ ਕੇ ਉਸ ਨਕਲੀ ਮਾਤਾ ਨੇ ਰਾਜੇ ਨੂੰ ਦੱਸ ਦਿੱਤਾ, ਰਾਜਨ ਇਹ ਚੋਰ ਨਹੀਂ ਹੈ, ਤੂੰ ਐਵੇਂ ਹੀ ਫੜ ਲਿਆ, ਦੇਖੀ ਕਿਤੇ ਗਰੀਬ ਮਾਰ ਨਾ ਕਰਦੀ, ਮੈਂ ਸਭ ਕੁਝ ਪੁੱਛ ਲਿਆ, ਇਹਨੇ ਚੋਰੀ ਨਹੀਂ ਕੀਤੀ ਹੈ। ਮਾਤਾ ਦੀ ਗੱਲ ਸੁਣ ਕੇ ਉਸ ਰਾਜੇ ਨੇ ਉਹ ਚੋਰ ਨੂੰ ਜਿਹੜਾ ਸੀ ਨਾ ਫਾਂਸੀ ਦੇ ਫੰਦੇ ਉੱਤੋਂ ਲਾ ਦਿੱਤਾ, ਬਰੀ ਕਰ ਦਿੱਤਾ। ਫਿਰ ਸੋਚਦਾ ਉਹ ਮਨਾ, ਦੇਖੋ ਸਾਧੂਆਂ ਦਾ ਬਚਨ, ਜਿੱਥੇ ਮਾਂ ਰੋਕਦੀ ਸੀ ਵੀ ਉੱਥੇ ਨਾ ਜਾਈ, ਪਤਾ ਸੀ ਜੇ ਉਸ ਜਗ੍ਹਾ ਉੱਤੇ ਚੱਲਿਆ ਗਿਆ, ਕਿਤੇ ਕਥਾ ਕੀਰਤਨ ਦੇ ਵਿੱਚ ਚੱਲਿਆ ਗਿਆ, ਉੱਥੇ ਚੰਗੀ ਸਿੱਖਿਆ ਦਿੱਤੀ ਜਾਊਗੀ, ਇਹ ਕੰਮ ਸਾਡਾ ਰੁਕ ਜਾਣਾ। ਤੇ ਘਰ ਆਇਆ, ਆ ਕੇ ਸਭ ਕੁਝ ਰੱਖ ਕੇ ਘਰ ਦੇ ਵਿੱਚ ਮੱਥਾ ਟੇਕ ਕੇ ਕਹਿ ਦਿੱਤਾ, ਮਾਂ ਹੁਣ ਰਹਿੰਦਾ ਜੀਵਨ ਮੈਂ ਪਰਮਾਤਮਾ ਦੇ ਲੇਖੇ ਲਾ ਦੇਣਾ, ਸਾਰਾ ਸਾਰੇ ਦਾ ਸਾਰੇ। ਇਸ ਕਰਕੇ ਮਹਾਰਾਜ ਜੀ ਕਹਿਣ ਲੱਗੇ ਵੀ ਜਿਹੜਾ ਵੀ ਜੀਵਨ ਪਰਮਾਤਮਾ ਦੇ ਲੇਖੇ ਲਾਉਂਦਾ ਹੈ ਨਾ, ਉਹਦਾ ਭਲਾ ਹੁੰਦਾ ਹੈ, ਉਹਨੂੰ ਫਿਰ ਸਾਧੂਆਂ ਦੇ ਵਿੱਚ ਗਿਣਿਆ ਜਾਂਦਾ ਹੈ। ਅੱਜ ਸਮੇਂ ਦੀ ਲੋੜ ਸੀ, ਗਰੀਬਾਂ ਨੂੰ, ਰਤਾੜਿਆਂ ਨੂੰ
ਜਿਨ੍ਹਾਂ ਤੋਂ ਲੋਕ ਨਫ਼ਰਤ ਕਰਦੇ ਸੀ, ਜਿਨ੍ਹਾਂ ਨੂੰ ਸ਼ੂਦਰ ਕਿਹਾ ਜਾਂਦਾ, ਜਿਨ੍ਹਾਂ ਨੂੰ ਹਰੀਜਨ ਕਿਹਾ ਜਾਂਦਾ ਸੀ, ਹਰੀ ਦੇ ਜਨ। ਵੈਸੇ ਅਰਥ ਦੇਖ ਲਓ ਇਹਦਾ ਕਿੰਨਾ ਵਧੀਆ ਹੈ, ਪਰ ਜਿਉਂ ਕਿਸੇ ਨੂੰ ਕਹਿ ਦਿਓ ਇਹ ਤਾਂ ਹਰੀਜਨਾਂ ਦਾ ਮੁੰਡਾ ਹੈ, ਦੇਖੋ ਉਸ ਵਕਤ ਡਾਂਗ ਖੜਕ ਜੂ, ਤੂੰ ਸਾਨੂੰ ਕੌਣ ਹੁੰਨਾ ਕਹਿਣ ਵਾਲਾ। ਪਰ ਦੇਖੋ ਇੱਕ ਪਾਸੇ ਪੁੱਛੋ ਪ੍ਰਮਾਤਮਾ ਤੂੰ ਹਰੀ ਦੇ ਜਨ, ਹਰੀ ਕੌਣ ਹੈ? ਪਰਮਾਤਮਾ। ਉਹਦੇ ਜਨ ਉਹਦੇ ਸੇਵਕ ਨੇ, ਪਰਮਾਤਮਾ ਦੇ ਸੇਵਕ ਹਰੀ ਦੇ ਜਨ। ਅੱਜ ਭਗਵਾਨ ਵਾਲਮੀਕ ਮਹਾਰਾਜ ਜੀ ਬੰਦਗੀ ਕਰਨ ਲੱਗ ਪਏ, ਭਾਵੇਂ ਪਹਿਲਾਂ ਇਹੋ ਹੀ ਕੰਮ। ਮਾਂ ਨੇ ਬੜਾ ਸਮਝਾਇਆ, ਬੜਾ ਤੋਰਿਆ ਵੀ ਇਸ ਮਾਰਗ ਦੇ ਉੱਤੇ। 4 ਸਾਧੂ ਮਿਲ ਗਏ, ਮਹਾਪੁਰਖ ਮਿਲ ਗਏ, ਸਨਕ, ਸਨੰਦਨ, ਸਨਾਤਨ, ਸੰਤ ਕੁਮਾਰ। 4 ਰਿਸ਼ੀ ਨੇ, ਬਰਮਾ ਜੀ ਦੇ ਪੁੱਤਰ ਨੇ, ਛੋਟੀ ਅਵਸਥਾ ਉਹਨਾਂ ਦੀ। ਭਗਵਾਨ ਵਾਲਮੀਕ ਮਹਾਰਾਜ ਜੀ ਬੈਠੇ, ਸਨਕ, ਸਨੰਦਨ, ਸਨਾਤਨ, ਸੰਤ ਕੁਮਾਰ 4 ਰਿਸ਼ੀਆਂ ਨੂੰ ਰੋਕ ਲਿਆ। ਕਹਿਣ ਲੱਗੇ ਕੀ ਹੈ ਤੁਹਾਡੇ ਕੋਲੇ, ਧਰ ਦਿਓ ਇੱਥੇ। ਕਹਿੰਦੇ ਸਾਡੇ ਕੋਲ ਤਾਂ ਕੁਛ ਨਹੀਂ ਹੈ। ਓਏ ਮਨੁੱਖਾ ਦੇਹੀ ਇਸ ਵਾਸਤੇ ਥੋੜੀ ਮਿਲੀ ਹੈ, ਓਏ ਤੂੰ ਤਾਂ ਇਹਨੂੰ ਕੌਡੀਆਂ ਦੇ ਭਾਗ ਵਾਈ ਜਾਂਦਾ, ਤੇਰਾ ਮਾਰਗ ਕੋਈ ਹੋਰ ਹੈ। ਸਾਧੂਆਂ ਨੇ ਇੱਕ ਜਾਗ ਲਾ ਦਿੱਤਾ, ਇਹ ਮਾਰਗ ਤੇਰਾ ਨਹੀਂ ਜਿਹਦੇ ਉੱਤੇ ਤੂੰ ਫਿਰਦਾ ਹੈ, ਇਹ ਤਾਂ ਪਤਾ ਹੈ। ਭਗਤ ਕਬੀਰ ਜੀ ਨੇ ਆਪਣੀ ਪਾਵਨ ਪਵਿੱਤਰ ਗੁਰਬਾਣੀ ਅੰਦਰ ਫਰਮਾਨ ਕਰਿਆ, ਉਹਨਾਂ 4 ਰਿਸ਼ੀਆਂ ਨੇ ਖੜ ਕੇ ਕਿਹਾ, ਹੀਰਾ ਤਾਂ ਜਾਣਵੇਂ ਅਮੋਲਕ ਤੇਰਾ, ਜਾਂਦਾ ਵੀ ਜਾਂਦਾ ਵੀ, ਜਾਣਵੇਂ ਅਮੋਲਕ ਤੇਰਾ, ਜਾਂਦਾ ਵੀ ਜਾਂਦਾ ਵੀ, ਤਦਾ ਹੀਰਾ ਜਾਣਵੇਂ ਅਮੋਲਕ ਤੇਰਾ, ਜਾਂਦਾ ਵੀ ਜਾਂਦਾ ਵੀ, ਤਦਾ ਹੀਰਾ ਜਾਣਵੇਂ ਅਮੋਲਕ ਤੇਰਾ, ਜਾਂਦਾ ਵੀ ਜਾਂਦਾ ਵੀ, ਤਦਾ ਅਮੋਲਕ ਤੇਰਾ, ਜਾਂਦਾ ਵੀ ਜਾਂਦਾ ਵੀ, ਸਾਰੀਆਂ ਭੈਣਾਂ ਜਾਣਵੇਂ ਅਮੋਲਕ ਤੇਰਾ, ਜਾਂਦਾ ਵੀ ਜਾਂਦਾ ਵੀ, ਤਦਾ। ਚਲੋ ਭਾਵ ਕਹਿਣ ਤੋਂ ਸਿੱਖਿਆ ਦਿੱਤੀ ਭਗਵਾਨ ਮਹਾਰਿਸ਼ੀ ਭਗਵਾਨ ਵਾਲਮੀਕ ਮਹਾਰਾਜ ਜੀ। ਕਹਿੰਦੇ ਕੋਈ ਫਿਰ ਦਿਓ ਸ਼ਬਦ, ਕੋਈ ਗੁਰੂ ਦਕਸ਼ਨਾ ਦਿਓ। ਕਹਿੰਦੇ ਚੰਗਾ ਇਉਂ ਕਰਿਆ ਕਰ, ਦੇਖਿਆ ਹਜੇ ਹਿਰਦਾ ਸ਼ੁੱਧ ਘੱਟ ਹੈ। ਕਹਿੰਦੇ ਤੂੰ ਇਉਂ ਕਰੀ ਚੱਲਿਆ ਕਰ, ਬੈਠਾ ਮਰਾਂ ਮਰਾਂ ਮਰਾਂ। ਦੇਖੋ ਕਹਿਣਾ ਤਾਂ ਰਾਮ ਰਾਮ ਸੀ, ਕਹਤਾ ਮਰਾਂ ਮਰਾਂ। ਕਹਿੰਦੇ ਜਦੋਂ ਮਰਾਂ 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 ਦਾ ਸ਼ਬਦ ਸ਼ੁਰੂ ਹੋ ਗਿਆ, ਆਪੇ ਹੀ ਰਾਮ ਬਣ ਜਾਣਾ ਇਹਦਾ। ਇਹ ਸ਼ਬਦ ਦੱਸ ਕੇ 4 ਰਿਸ਼ੀ ਅੱਗੇ ਚਲੇ ਗਏ। ਭਗਵਾਨ ਜੀ ਆਪਣੇ ਘਰ ਵੀ ਗਏ, ਇਤਿਹਾਸ ਬੜਾ ਵੱਡਾ ਹੈ। ਆਪਣੇ ਘਰ ਗਏ, ਸਭ ਕੁਝ ਛੱਡ ਦਿੱਤਾ ਜਾ ਕੇ, ਆ ਚੱਕ ਮਾਂ ਇਹ ਕੰਮ ਨਹੀਂ ਮੈਂ ਅੱਜ ਤੋਂ ਕਰਨਾ, ਚਲੋ ਤੇਰੀ ਮਰਜ਼ੀ ਹੈ। ਮਾਂ ਨੇ ਸਮਝਾਇਆ, ਕੁਝ ਛੋਟੀਆਂ ਛੋਟੀਆਂ ਮੱਛੀਆਂ ਜਿਹੜੀਆਂ ਸੀ ਨਾ, ਉਹ ਨਿੱਕੀਆਂ ਨਿੱਕੀਆਂ ਜੀਆਂ, ਉਹ ਹਜ਼ਾਰਾਂ ਦੀ ਤਾਦਾਦ ਵਿੱਚ ਮਾਂ ਫੜ ਲਿਆਈ। ਕਹਿੰਦੀ ਦੇਖ ਆ ਮੱਛੀਆਂ ਜਿਹੜੀਆਂ ਨਾ, ਇਹ ਹੁਣ ਮਰ ਜਾਣਗੀਆਂ, ਇਹ ਤੋਂ ਬਾਅਦ ਆਪਾਂ ਇਹਨਾਂ ਨੂੰ ਖਾਣ, ਇਹ ਕੋਈ ਪਾਪ ਪੁੰਨ ਨਹੀਂ ਹੁੰਦਾ। ਬੜਾ ਸਮਝਾਇਆ, ਇਹ ਕੋਈ ਹੁੰਦਾ ਨਹੀਂ ਪਾਪ ਪੁੰਨ। ਕਹਿੰਦਾ ਨਹੀਂ, ਪਰਮਾਤਮਾ ਦੀ ਬਾਣੀ ਵਿੱਚ ਲਿਖਿਆ, ਬਹੁ ਪਰਪੰਚ ਕਰ ਪਰ ਧਨ ਲਿਆਵੇ, ਸੁਤ ਦਾਰਾ ਪੈ ਆਨ ਲਟਾਵੇ। ਮਨ ਮੇਰੇ ਭੁੱਲੇ ਕਪਟ ਨਾ ਕੀਜੈ, ਅੰਤ ਨਵੇਰਾ ਤੇਰੇ ਜੀ ਪਹਿਲੀਜੈ, ਛਿਨ ਛਿਨ ਤਨ ਛੀਜੈ, ਜਰਾ ਜਨਾਵੇ ਤਬ ਤੇਰੀ ਯੋਗ ਕੋਈ, ਪਾਣੀ ਹੋ ਨਾ ਪਾਵੇ। ਕਹਿਤ ਕਬੀਰ ਕੋਈ ਨਹੀਂ ਤੇਰਾ, ਹਿਰਦੈ ਰਾਮ ਕੀ ਨਾ ਜਪੈ ਸਵੇਰ। ਚਲੋ ਮਾਂ ਤੋਂ ਫਿਰ ਉਹ ਆਗਿਆ ਲੈ ਕੇ ਆ ਕੇ ਬੈਠ ਗਏ। ਮਰਾਂ 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 ਦਾ ਜਾਪ ਸ਼ੁਰੂ ਹੋ ਗਿਆ। ਇੰਨਾ ਕੁ ਭਜਨ ਕਰਿਆ ਮਹਾਰਿਸ਼ੀ ਵਾਲਮੀਕ ਜੀ ਨੇ, ਇੰਨਾ ਕੁ ਭਜਨ ਕਰਿਆ ਵੀ ਜਿਹੜਾ ਸੀ ਨਾ, ਉਹ ਡੁੱਡ ਕੇ ਰੇਤਾ ਪੈ ਗਿਆ, ਉਹਨਾਂ ਦੇ ਸਿਰ ਉੱਪਰ ਦੀ ਰੇਤਾ ਲੰਘ ਗਿਆ। ਭਾਵ ਜਿਵੇਂ ਆਪਾਂ ਕਹਿੰਦੇ ਬਰਮੀ ਜੰਮ ਗਈ, ਇਸ ਤਰ੍ਹਾਂ ਮਿੱਟੀ ਉੱਪਰ ਤੱਕ ਚੜ ਗਈ। ਪਰ ਉਹ ਸਵਾਸ ਚੱਲਦੇ ਨੇ, ਰਾਮ 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 ਦੀ ਆਵਾਜ਼ ਆ ਰਹੀ ਹੈ। 4 ਪੁੱਤਰ ਫੇਰ ਇੱਕ ਦਿਨ ਗੇੜਾ ਕੱਢਦੇ ਉੱਥੇ ਆ ਗਏ, ਸਨਕ, ਸਨੰਦਨ, ਸਨਾਤਨ, ਸੰਤ ਕੁਮਾਰ। ਉਹ ਕਹਿੰਦੇ ਇੱਥੇ ਆਪਾਂ ਇੱਕ ਆਪਣੇ ਭਗਤ ਨੂੰ ਬਿਠਾ ਕੇ ਗਏ ਸੀ ਬੰਦਗੀ ਕਰਨ ਵਾਸਤੇ। ਦੇਖੋ ਜਦੋਂ ਮਿੱਟੀ ਪਾਸੇ ਕਰੀ, ਉੱਥੇ ਚੌਂਕੜਾ ਲੱਗਿਆ ਹੋਇਆ ਹੈ। ਕਿਹੋ ਜੀ ਸਮਾਧੀ ਲੱਗੀ ਹੈ, ਜਿਹਨੂੰ ਗੁਰਬਾਣੀ ਵਿੱਚ ਵੀ ਮਹਾਰਾਜ ਜੀ ਫਰਮਾਨ ਕਰਦੇ ਹਨ। ਉਹ ਕੀ ਕਹਿੰਦੇ, 4 ਰਿਸ਼ੀ ਖੜੇ ਵੇਖਦੇ ਨੇ, ਮਿੱਟੀ ਲਾ ਦਿੱਤੀ ਆਲੇ ਦੁਆਲੇ, ਝਾੜ ਦਿੱਤਾ ਚੰਗੀ ਤਰ੍ਹਾਂ, ਤੇ ਸਵਾਸ ਇਸ ਤਰ੍ਹਾਂ ਇੱਕ ਟੱਕ ਚੱਲ ਰਹੇ ਹਨ। ਰਾਮ 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 ਦੀ ਆਵਾਜ਼ ਆ ਰਹੀ ਹੈ।
ਕਹਿੰਦੇ ਇਹੀ ਸਮਾਧੀ ਲੱਗਣੀ ਔਖੀ ਹੈ, ਬੈਠ ਜਾਣਾ ਬੜਾ ਔਖਾ ਹੈ ਮਨ ਨੂੰ ਬਿਠਾਉਣਾ। ਕਹਿੰਦੇ ਕੋਈ ਮਨੁੱਖ ਇਹੋ ਜਿਹਾ ਸੀ, ਕੋਈ ਸਾਧ ਤਪ ਕਰਦਾ ਸੀ ਬਾਹਰ ਜੰਗਲ ਦੇ ਵਿੱਚ। ਉਹ ਕਹਿੰਦਾ ਆਹ ਸਾਧ ਨੇ ਬੜਾ ਤਪਾਇਆ, ਜਿਵੇਂ ਕਈ ਸਾਨੂੰ ਵੀ ਕਹਿੰਦੇ ਨੇ ਇਹਨਾਂ ਨੇ ਤੜਕੀ ਬੜਾ ਤਪਾਇਆ। ਬੋਲੋ ਸਤਿਨਾਮ ਸ੍ਰੀ ਵਾਹਿਗੁਰੂ। ਸਾਰੀ ਪ੍ਰਕਾਰ ਦੇ ਹੁੰਦੇ ਨੇ ਲੋਕ, ਹਰ ਇੱਕ ਪ੍ਰਕਾਰ ਦੇ ਹੁੰਦੇ, ਕਈ ਚੰਗੇ ਹੁੰਦੇ ਨੇ। ਇਹ ਮੰਨ ਕੇ ਚੱਲੋ ਵੀ 100% ਦੇ ਵਿੱਚੋਂ 75% ਤਾਂ ਜਿਹੜੇ 25% ਤਾਂ ਕਹਿ ਲਓ ਵੀ ਜਿਹੜੇ ਕਹਿੰਦੇ ਹੋਣਗੇ ਚੰਗਾ ਚਲੋ ਵਧੀਆ ਹੈ, ਅੰਮ੍ਰਿਤ ਵੇਲੇ ਜਿਹੜਾ ਕਥਾ ਕੀਰਤਨ ਹੁੰਦਾ 75% ਕਹਦੇ ਹੋਣਗੇ ਸੋਟੀ ਨੂੰ ਤੇਲ ਲਾ ਕੇ ਰੱਖੋ, ਜਿੱਦੇ ਕੋਈ ਨਾ ਕੋਈ ਗੱਲ ਹੋਈ ਉਦੋਂ ਹੀ ਫੜ ਕੇ ਢਾਲਾਂਗੇ। ਬੋਲੋ ਸਤਿਨਾਮ ਸ੍ਰੀ ਵਾਹਿਗੁਰੂ ਜੀ। ਉਹ ਕਹਿੰਦੇ ਕੋਈ ਉਹ ਕਹਿੰਦਾ ਵੀ ਆਹ ਸਾਧ ਨੇ ਬੜਾ ਔਖਾ ਕਰਿਆ ਇਹ, ਕਹਿੰਦੇ ਚਲੋ ਇਹਨੂੰ ਅੱਜ ਮਾਰ ਕੇ ਆਉਨੇ ਆ। ਸਾਧ ਦਾ ਹੀ ਅੱਜ ਜਿਹੜਾ ਘੁੱਗਾ ਚਿੱਤ ਕਰਕੇ ਆਉਨੇ ਆ। ਉਹਨੇ ਡਾਂਗ ਧਰੀ ਮੋਢੇ ਤੇ ਚਲਿਆ ਗਿਆ ਸਾਧ ਦੇ ਡੇਰੇ ਵਿੱਚ। ਜਦੋਂ ਡੇਰੇ ਵਿੱਚ ਅੰਦਰ ਚਲਿਆ ਗਿਆ, ਅੰਦਰ ਜਾ ਕੇ ਆਪੀ ਸੋਟੀ ਰੱਖਦੀ, ਇੱਕ ਪਾਸੇ ਸਾਧ ਬੈਠਾ ਸੀ, ਮੱਥਾ ਟੇਕਦਾ ਉਹਨੂੰ ਜਾ ਕੇ। ਪਾਪੁਰ ਕਹਿਣ ਲੱਗੇ ਕੀ ਕੰਮ ਆਇਆ ਸੀ, ਕਰ ਲੈ ਆਪਣਾ ਕੰਮ। ਕਹਿੰਦਾ ਜੀ ਨਹੀਂ, ਮੈਂ ਤਾਂ ਗਲਤ ਖਿਆਲ ਹੋ ਗਿਆ ਸੀ ਮੇਰੇ ਮਨ ਵਿੱਚ। ਕਹਿੰਦੇ ਫਿਰ ਤੂੰ ਕਰ ਆਪਣਾ ਕੰਮ, ਕਿਉਂ ਨਹੀਂ ਕਰਦਾ? ਮੱਥਾ ਟੇਕਿਆ, ਬਚਨ ਸੁਣੇ, 5-4 ਮਿੰਟ ਬੈਠਾ, ਫੇਰ ਬਾਹਰ ਆ ਗਿਆ। ਜਦੋਂ ਬਾਹਰ ਨੂੰ ਆਇਆ ਤੇ ਉਹੀ ਡਾਂਗ ਮੋਢੇ ਤੇ ਧਰ ਕੇ ਫੇਰ ਜਦੋਂ ਘਰ ਨੂੰ ਚੱਲ ਪਿਆ, ਕਹਿੰਦਾ ਸਾਧ ਨੇ ਪਤਾ ਨਹੀਂ ਕੀ ਕਰਤਾ ਸੀ, ਹੁਣ ਕੱਲ ਨੂੰ ਚੱਲਾਂਗੇ, ਛੱਡਦੇ ਨਹੀਂ। ਉਹ ਅੱਖਾਂ ਜਿਹੀਆਂ ਮੀਚ ਕੇ ਬੈਠਾ ਹੋਊਗਾ, ਉਹਦੇ ਸਿਰ 'ਚ ਘੋਟਣਾ ਮਾਰਾਂਗੇ, ਉਹਦਾ ਸਦਾ ਲਈ ਰਾਮ ਨਾਮ ਸਤ ਕਰ ਦਿਆਂਗੇ। ਅਗਲੇ ਦਿਨ ਫੇਰ ਉਹ ਚੱਕਿਆ ਘੋਟਣਾ ਮੋਢੇ ਤੇ ਧਰਿਆ ਹੋਇਆ, ਫਟਾਫਟ ਤੁਰਿਆ ਆਉਂਦਾ ਡੇਰੇ ਤੇ। ਜਦੋਂ ਅੰਦਰ ਉਹ ਐ ਬਾੜ ਕਰੀ ਹੋਈ ਹੈ, ਉਹਦੇ ਅੰਦਰਲੇ ਪਾਸੇ ਜਦੋਂ ਬਾੜ ਦੇ ਚਲਿਆ ਗਿਆ ਤੇ ਉੱਥੇ ਜਾ ਕੇ ਫੇਰ ਸੋਟੀ ਰੱਖ ਦਿੱਤੀ, ਮੱਥਾ ਟੇਕਤਾ, ਬਾਬਿਆਂ ਨੂੰ ਬੈਠ ਗਿਆ। ਬਾਬੇ ਕਹਿਣ ਲੱਗੇ ਤੂੰ ਕੱਲ ਵੀ ਮੱਥ ਕੇ ਆਇਆ ਸੀ ਤੇ ਅੱਜ ਵੀ, ਤੂੰ ਕਰ ਆਪਣਾ ਕੰਮ, ਕੀ ਕਰਨਾ ਹੈ? ਕਹਿੰਦਾ ਜੀ ਨਹੀਂ, ਮੈਨੂੰ ਬਖਸ਼ ਲਓ, ਕਿਰਪਾ ਕਰ ਦਿਓ। ਫੇਰ 5-4 ਮਿੰਟ ਬਚਨ ਸੁਣੇ, ਫੇਰ ਘਰ ਨੂੰ ਵਾਪਸ ਮੁੜਿਆ, ਮੋਢੇ ਤੇ ਸੋਟਾ ਧਰ ਲਿਆ। ਜਦੋਂ ਬਾਹਰ ਡੇਰੇ ਤੇ ਹੋਇਆ, ਫੇਰ ਕਹਿਣਾ ਪਤਾ ਨਹੀਂ ਸਾਧ ਵਿੱਚ ਕੀ ਕਰਾਮਾਤ ਹੈ ਮੈਨੂੰ। ਜਦੋਂ ਮੈਂ ਘਰੋਂ ਤੁਰਦਾ ਤੇ ਉਦੋਂ ਤਾਂ ਹੁੰਦਾ ਵੀ ਬਸ ਮਾਰ ਕੇ ਮੁੜੂ, ਜਦੋਂ ਮੈਂ ਅੰਦਰ ਇਹਨਾਂ ਦੇ ਚਲੇ ਜਾਂਦਾ ਪਤਾ ਨਹੀਂ ਕੀ ਹੁੰਦਾ ਮੈਨੂੰ। ਫੇਰ ਘਰ ਦਾ ਅੱਜ ਤੀਜਾ ਦਿਨ ਹੋ ਗਿਆ, ਕਹਿੰਦਾ ਅੱਜ ਨਹੀਂ ਛੱਡਦਾ, ਅੱਜ ਕੁਛ ਮਰਜ਼ੀ ਹੋ ਜੇ, ਸਿੱਧਾ ਹੀ ਜਾਊਂ ਅੱਜ ਮੈਂ। ਤੀਸਰਾ ਦਿਨ ਹੋਇਆ, ਅੰਦਰ ਗਿਆ, ਸੋਟਾ ਲੈ ਗਿਆ ਕੋਲ ਮਹਾਂਪੁਰਖਾਂ ਦੇ ਨੇੜੇ ਲਿਜਾ ਕੇ ਰੱਖ ਦਿੱਤਾ ਤੇ ਚਲਣਾ ਵਿੱਚ ਮੱਥਾ ਟੇਕ ਕੇ ਬੈਠ ਗਿਆ। ਫਿਰ ਪੁੱਛਦਾ ਮਹਾਂਪੁਰਖੋ ਇਹ ਕਾਰਨ ਕੀ ਹੈ? ਮੈਂ ਆਹ ਬਿਰਤੀ ਨਾਲ ਆਉਂਦਾ ਤੁਹਾਨੂੰ ਮਾਰਨ ਵਾਸਤੇ, ਤੇ ਪਰ ਮੈਥੋਂ ਅੰਦਰ ਆ ਕੇ ਤੁਹਾਡੇ ਸੋਟਾ ਨਹੀਂ ਵੱਜਦਾ। ਕਹਿੰਦੇ ਬਾਹਰ ਨੂੰ ਨਿਗਾਹ ਮਾਰ ਕੇ ਵੇਖ, ਜਿਹੜੀ ਸਾਡੀ ਆ ਬਾੜ ਕਰੀਏ ਨਾ, ਉਦੋਂ ਬਾਹਰ ਨੂੰ ਨਿਗਾਹ ਮਾਰ ਕੇ ਦੇਖ। ਜਦੋਂ ਬਾਹਰ ਨੂੰ ਨਿਗਾਹ ਮਾਰ ਕੇ ਦੇਖਿਆ, ਜਿਵੇਂ ਉਹ ਭੂਤਾਂ ਦੀਆਂ ਸ਼ਕਲਾਂ ਹੁੰਦੀਆਂ ਨੇ, 5 ਡੈਣਾ ਖੜੀਆਂ ਨੇ, ਜਿਹਨੂੰ ਮਹਾਰਾਜ ਜੀ ਕਹਿੰਦੇ ਕਾਮ ਕ੍ਰੋਧ ਲੋਭ ਮੋਹ ਮਸੈ ਹੰਕਾਰਾ, ਅੰਮ੍ਰਿਤ ਲੂਟੈ ਮਨ ਮੁਖ ਨਹੀਂ ਬੂਝੈ, ਕੋਈ ਨਾ ਸੁਣੈ ਪੁਕਾਰਾ। ਕਹਿੰਦੇ ਤੇਰਾ ਕਸੂਰ ਨਹੀਂ, ਇੱਥੇ ਜਪਿਆ ਜਾਂਦਾ ਪਰਮਾਤਮਾ ਦਾ ਨਾਮ। ਜਿਹੜੀਆਂ ਉਹ ਤ੍ਰਿਸ਼ਨਾ ਨੇ ਨਾ ਤੇਰੀਆਂ, ਉਹ ਅੰਦਰਲੇ ਪਾਸੇ ਨਹੀਂ ਆ ਸਕਦੀਆਂ। ਇੱਥੇ ਇੱਕ ਰਾਮ ਤੇ ਨਾਮ ਦੀ ਕਾਰ ਕਰੀ ਹੋਈ ਹੈ। ਜਦੋਂ ਤੂੰ ਬਾਹਰ ਚਲਿਆ ਗਿਆ, ਉਹ ਤ੍ਰਿਸ਼ਨਾ ਤੈਨੂੰ ਫੇਰ ਚਿੰਬੜ ਜਾਣਗੀਆਂ, ਤੂੰ ਫੇਰ ਉਸੇ ਚੱਕਰ ਦੇ ਵਿੱਚ ਚੱਲ ਪਏਗਾ। ਕਿਉਂਕਿ ਜਿੱਥੇ ਪਰਮਾਤਮਾ, ਜਿੱਥੇ ਨਾਮ ਜਪੀਐ ਪ੍ਰਭ ਪਿਆਰੇ, ਸੇ ਅਸਥਲ ਸੋਇਨ ਚਵਾਰੇ। ਜਿੱਥੇ ਨਾਮ ਨਾ ਜਪੀਐ ਮੇਰੇ ਗੋਬਿੰਦਾ, ਸੇਈ ਨਗਰ ਉਜਾੜੀ ਉਜਾੜੀ ਜੀਓ। ਕਹਿੰਦੇ ਇੱਥੇ ਪਰਮਾਤਮਾ ਦਾ ਨਾਮ ਜਪਿਆ ਜਾਂਦਾ ਹੈ। ਵੇਖ ਕੇ ਹੈਰਾਨ ਹੋ ਗਿਆ, ਪਰਮਾਤਮਾ ਦੇ ਨਾਮ ਵਿੱਚ ਬੜੀ ਵੱਡੀ ਤਾਕਤ ਹੈ। ਚਲੋ ਭਗਵਾਨ ਜੀ ਨੂੰ ਕੱਢਿਆ, ਬੰਦਗੀ ਕਰਦਿਆਂ ਕਰਦਿਆਂ ਬੜੀ ਰੂੜ ਸਮਾਧੀ ਵਿੱਚ ਪਹੁੰਚ ਗਏ। ਮਹਾਰਾਜੇ ਭਰਤਰੀ ਨੇ ਵੀ ਇਹੀ ਆਖਿਆ ਸੀ ਆਪਣੇ ਗੋਰਖ ਗੁਰੂ ਨੂੰ, ਕਹਿਣ ਲੱਗਾ ਮੇਰੀ ਇੰਨੀ ਕੁ ਸਮਾਧੀ ਲੱਗ ਜੇ, ਹਿਰਨ ਖਹਿ ਕੇ ਲੰਘਣ ਮੇਰੇ ਨਾਲ, ਪਰ ਮੈਨੂੰ ਪਤਾ ਨਾ ਲੱਗੇ। ਭਗਵਾਨ ਵਾਲਮੀਕ ਮਹਾਰਾਜ ਜੀ ਨੇ ਇੰਨੀ ਕੁ ਬੰਦਗੀ ਕਰੀ। ਉਧਰ ਜਿਹੜਾ ਉਹ ਮਹਾਭਾਰਤ ਦਾ ਜੰਗ ਸਮਾਪਤ ਹੋ ਗਿਆ, ਘਰ ਵਿੱਚ ਜੱਗ ਕਰਿਆ, ਸਾਰੇ ਭਰਾਵਾਂ ਨੇ ਇਕੱਠੇ ਹੋ ਕੇ ਸਭ ਨੂੰ ਅੱਡੋ ਅੱਡੀ ਸੇਵਾ ਦਿੱਤੀ। ਭਗਵਾਨ ਕ੍ਰਿਸ਼ਨ ਮਹਾਰਾਜ ਜੀ ਨੇ ਤੂੰ ਬਰਤਨ ਵਰਤਾਉਣੇ ਨੇ, ਤੁਸੀਂ ਭੋਜਨ ਬਣਾਉਣਾ ਹੈ, ਤੁਸੀਂ ਵਰਤਾਉਣਾ ਹੈ, ਤੁਸੀਂ ਸਾਧੂਆਂ ਦੇ ਹੱਥ ਧਵਾਉਣੇ ਨੇ। ਇੱਕ ਨੂੰ ਕਹਿਤਾ ਤੂੰ ਪਰਨਨ ਲੈ ਕੇ ਖਰਜਾ, ਹੱਥ ਜਿਹੜਿਆ ਉਹ ਸਾਫ਼ ਕਰਾਉਣੇ ਨੇ। ਸਭ ਦੀ ਅੱਡੋ ਅੱਡੀ ਡਿਊਟੀ ਲਾਤੀ, ਇੱਕ ਸੇਵਾ ਰਹੇਗੀ ਬਸ ਕੱਲੀ, ਇੱਕੋ ਹੀ। ਮਾਫ ਕਰਿਓ ਪਿਆਰਿਓ, ਚਲੋ ਖੈਰ ਆਪਾਂ ਸੰਗਤ ਕਰਨ ਵਾਲੇ ਆ, ਮੈਂ ਇਹ ਗੱਲ ਨਹੀਂ ਕਹਿੰਦਾ।
ਚਾਹ ਪੀ ਕੇ ਰੋਟੀ ਖਾ ਕੇ ਭਾਂਡੇ ਚੱਕਣ ਵਾਸਤੇ ਮਨੁੱਖ ਐ ਵੇਖਦਾ ਇੱਧਰ ਨੂੰ ਕੋਈ ਨਾ ਕੋਈ ਚੱਕ ਕੇ ਲੈ ਜਾਵੇ। ਚਲੋ ਮਾਂਜਣ ਦੀ ਤੇ ਗੱਲ ਵੱਡੀ ਅੱਗੇ। ਫਿਰ ਉਹ ਦੇਖਦਾ ਇੱਕੋ ਹੀ ਸੇਵਾ ਰਹਿ ਗਈ, ਕਿਹੜੀ? ਉਹ ਜੂਠੀਆਂ ਪੱਤਲਾਂ ਚੁੱਕਣ ਦੀ। ਉਹ ਸੇਵਾ ਭਗਵਾਨ ਕ੍ਰਿਸ਼ਨ ਮਹਾਰਾਜ ਜੀ ਨੇ ਹੱਥ ਬੰਨ੍ਹ ਕੇ ਕਿਹਾ, ਇਹ ਸੇਵਾ ਮੇਰੀ ਝੋਲੀ ਵਿੱਚ ਪਾ ਦੇ, ਮੈਂ ਜੂਠੀਆਂ ਪੱਤਲਾਂ ਚੁੱਕੂ ਸਾਰੀਆਂ, ਬਾਹਰ ਸੁੱਟ ਕੇ ਆਉਂਗਾ ਮੈਂ। ਪਰ ਜਿਹੜਾ ਵੀ ਆਉਂਦਾ ਹੁਣ ਜਗ ਛਕਦਾ ਹੈ, ਭੋਜਨ ਛਕਦਾ ਹੈ, ਦਾਨ ਦਕਸ਼ਨਾ ਦਿੱਤੀ ਜਾਂਦੀ ਹੈ। ਕਹਿੰਦੇ ਉੱਧਰ ਕਿਹਾ ਵੀ ਸਾਰੇ ਛਕ ਕੇ ਜਗ? ਕਹਿੰਦੇ ਹਾਂ। ਕਿਸੇ ਨੇ, ਇੱਕ ਸਾਧੂ ਨੇ ਕਿਹਾ, ਇੱਕ ਰਿਸ਼ੀ ਬੈਠਾ ਹੈ, ਭਗਵਾਨ ਵਾਲਮੀਕ ਮਹਾਰਾਜ ਉਹਦਾ ਨਾਂ ਹੈ, ਉਹ ਆਪਣੀ ਮਸਤੀ ਦੇ ਵਿੱਚ ਹੀ ਬੈਠੇ ਨੇ, ਤੇ ਚਲੋ ਉਹਨਾਂ ਨੂੰ ਵੀ ਲੈ ਕੇ ਆਓ। ਭਗਵਾਨ ਵਾਲਮੀਕ ਮਹਾਰਾਜ ਜੀ ਨੂੰ ਸੰਦੇਸ਼ਾ ਦਿੱਤਾ ਗਿਆ, ਸਾਡੇ ਘਰ ਆਓ, ਸਾਡੇ ਮਹਿਲਾਂ ਵਿੱਚ ਆਓ, ਜਗ ਛਕੋ, ਸਾਡਾ ਜਿਹੜਾ ਜਗ ਸੰਪੂਰਨ ਹੋ ਜਾਵੇ। ਭਗਵਾਨ ਵਾਲਮੀਕ ਮਹਾਰਾਜ ਜੀ ਨੇ ਸਦੇਹਾ ਦੇ ਦਿੱਤਾ, 8 ਪਹਿਰਾਂ ਦੇ ਵਿੱਚ ਮੈਂ ਕੇਵਲ 4 ਗਰਾਹੀਆਂ ਹੀ ਛਕਦਾ। 4, ਇੱਕ ਗਰਾਹੀ, ਇੱਕ ਬੁਰਕੀ ਨੂੰ ਇੱਕ ਗਰਾਹੀ ਕਿਹਾ ਜਾਂਦਾ। ਕਹਿੰਦੇ 8 ਪਹਿਰਾਂ ਦੇ ਵਿੱਚ ਮੈਂ 4 ਗਰਾਹੀਆਂ ਛਕਦਾ, ਤੇ ਗ੍ਰਸਤੀ ਵਾਸਤੇ 16 ਗਰਾਹੀਆਂ ਬਣਾਈਆਂ ਵੀ 16 ਗਰਾਹੀਆਂ ਛਕਣੀਆਂ ਤੇ। ਪਰ ਅੱਜ ਤੱਕ ਕਿਵੇਂ ਹੈ? ਪੇਟ ਭਰਿਆ, ਪੇਟ ਭਰਿਓ ਪਸ਼ੂਆ ਜਿਹਾ ਸੋਇਓ। ਕਹਿੰਦੇ ਭਰ ਕੇ ਪੇਟ ਮਨੁੱਖ ਸੌਂ ਜਾਂਦਾ, ਤੜਕੇ ਨੂੰ ਜਾਗ ਨਹੀਂ ਆਉਂਦੀ। ਪਰ ਕਹਿੰਦੇ 16 ਗਰਾਹੀਆਂ ਇਸ ਮਨੁੱਖ ਵਾਸਤੇ ਬਣਾਈਆਂ ਵੀ 16 ਗਰਾਹੀਆਂ ਤੈਂ ਛਕਣੀਆਂ, ਤੂੰ ਗ੍ਰਸਤੀ ਹੈ, ਕੰਮ ਕਰਨ ਵਾਲਾ ਹੈ। ਜਿਹੜਾ ਕੋਈ ਸਾਧੂ ਮਹਾਂਪੁਰਖ ਉਹਦੇ ਵਾਸਤੇ 4 ਗਰਾਹੀਆਂ ਬਣਾਈ ਵੀ 4 ਹੀ ਬੁਰਕੀਆਂ ਖਾਣੀਆਂ ਬਸ। ਵੱਡੀ ਤੋੜਦਾ ਭਾਵੇਂ ਛੋਟੀ ਤੋੜਦਾ ਚੱਲ। ਭਗਵਾਨ ਕਹਿਣ ਲੱਗੇ ਅਸੀਂ ਨਹੀਂ ਛਕਣਾ। ਫਿਰ ਉਹ ਸਮੇਂ ਦੇ ਭਗਵਾਨ ਅਰਜਨ ਗਏ, ਭਗਵਾਨ ਦੇ ਸਖਾ ਮਿੱਤਰ ਸੀ। ਅਰਜਨ ਨੇ ਜਾ ਕੇ ਬੇਨਤੀ ਕਰੀ, ਮਹਾਰਾਜ ਅਸੀਂ ਜਗ ਕਰਿਆ, ਭੋਜਨ ਛਕ ਲਓ ਆ ਕੇ। ਬੇਪਰਵਾਹ ਸੀ, ਕਹਿੰਦੇ ਚਲੋ ਮੈਨੂੰ ਨਹੀਂ ਲੋੜ ਤੁਹਾਡੇ ਜਗ ਦੀ। ਪਿਆਰ ਵਿੱਚ ਆ ਕੇ ਫੇਰ ਅੱਗੇ ਹੋਰ ਭੇਜੇ, ਜਿਹੜੇ ਵੀ ਜਾਂਦੇ ਨੇ ਉਹਨਾਂ ਅੱਗੇ ਇੱਕ ਸਵਾਲ ਰੱਖ ਦਿੰਦੇ, ਮੈਨੂੰ ਇੱਕ ਅਸਮੇਤ ਜਗ ਦਾ ਫਲ ਦੇ ਦਿਓ ਬਸ। ਉਹ ਕਹਿੰਦੇ ਹਜੇ ਤਾਂ ਸਾਡਾ ਇੱਕ ਜਗ ਨਹੀਂ ਹੋਇਆ, ਤੂੰ ਮੰਗਦਾ ਅਸਮੇਤ ਜਗ ਦਾ ਫਲ। 101 ਜਗ ਕਰਕੇ ਫੇਰ ਅਸਮੇਤ ਜਗ ਦਾ ਫਲ ਮਿਲਦਾ। ਕਹਿੰਦੇ ਇੱਕ ਅਸਮੇਤ ਜਗ ਦਾ ਫਲ ਮੇਰੀ ਝੋਲੀ ਵਿੱਚ ਪਾ ਦਿਓ, ਮੈਂ ਵਗ ਚੱਲਦਾ, ਤੇ ਨਹੀਂ ਤੁਸੀਂ ਆਪਣਾ ਭੋਜਨ ਛਕੋ ਤੇ ਛਕਾਓ ਜਿਹਨੂੰ ਮਰਜੀ। ਸਾਰੇ ਵਾਪਸ ਮੁੜ ਆਏ। ਆ ਕੇ ਭਗਵਾਨ ਕ੍ਰਿਸ਼ਨ ਮਹਾਰਾਜ ਨੂੰ ਕਿਹਾ, ਉਹ ਨਹੀਂ ਆਉਂਦੇ। ਇੱਕ ਤਾਂ ਸਾਧੂ ਅੜਬੈ ਹੋ ਪੂਰਾ। ਸੱਚ ਜਾਣਿਓ ਫਿਰ ਜਿਹੜਾ ਸੱਚਾ ਬੰਦਾ ਹੋਊ ਨਾ, ਉਹ ਅੜਬ ਵੀ ਜ਼ਰੂਰ ਹੋਊਗਾ। ਉਹ ਗੱਲ ਮੂੰਹ ਤੇ ਕਹਿ ਦੂਗਾ, ਡਰਦਾ ਨਹੀਂ ਹੈ। ਜਿਹੜਾ ਚਾਲ ਪੂਸੀ ਵਾਲਾ ਹੁੰਦਾ ਉਹ ਕਹਿੰਦਾ ਵੀ ਚਲੋ ਇੱਧਰ ਵੀ ਮੜੀ ਜਾਂ 2 ਮਿੱਠੀਆਂ ਗੱਲਾਂ ਮਾਰ ਦਿਓ, ਇੱਧਰ ਵੀ ਮਾਰ ਦਿਓ। ਪਰ ਇੱਕ ਹੁੰਦਾ ਪਰਮਾਤਮਾ ਤੇ ਭਰੋਸਾ ਰੱਖਣ ਵਾਲਾ, ਰੱਬ ਅੱਗੇ ਮਿੱਠੀਆਂ ਗੱਲਾਂ ਮਾਰ ਦੂਗਾ, ਪਰ ਉਹ ਕਹਿੰਦਾ ਮਨੁੱਖ ਤੋਂ ਮੈਂ ਕੀ ਲੈਣਾ। ਪਰ ਰੱਬ ਦੇ ਫਕੀਰ ਉਹ ਕਿਹੋ ਜਿਹੇ ਹੁੰਦੇ ਨੇ, ਜਿਨ੍ਹਾਂ ਨੂੰ ਮਹਾਰਾਜ ਜੀ ਨੇ ਪਿਆਰ ਵਿੱਚ ਆ ਕੇ ਲਿਖਿਆ, ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਜਲਨ ਬੁਝੀ ਸੀਤਲ ਹੋਏ ਮਨੁਆ ਸਤਿਗੁਰੂ ਕਾ ਦਰਸ਼ਨ ਪਾਏ ਜੀਓ। ਹੁਣ ਪਿਆਰ ਵਿੱਚ ਆ ਕੇ ਕਹਿੰਦੇ ਸਾਰਿਆਂ ਨੇ ਜਦੋਂ ਥੱਕ ਹਾਰ ਕੇ ਬੈਠ ਗਏ, ਦ੍ਰੋਪਦੀ ਕਹਿੰਦੀ ਫਿਰ ਮੈਂ ਜਾਨੀ ਹੈ। 14 ਵਿਦਿਆ ਦੀ ਗਿਆਤਾ, 14 ਵਿਦਿਆ, 5 ਪਤੀਆਂ ਦੀ ਰਾਣੀ। ਉਹ ਕਹਿੰਦੀ ਮੈਂ ਲਿਆਉਣੀ ਹੈ। ਸਾਰਿਆਂ ਨੇ ਕਿਹਾ ਸਾਡੇ ਕਹੇ ਤੋਂ ਤਾਂ ਆਇਆ ਨਹੀਂ, ਤੇਰੇ ਕਹੇ ਤੋਂ ਕਿੱਧਰੋਂ ਆਜੂ? ਨਹੀਂ ਮੈਂ ਜਾਨੀ ਹੈ। ਚਲੀ ਗਈ। ਜੰਗਲ ਵਿੱਚ ਬੈਠੇ ਨੇ ਭਗਵਾਨ, ਚੌਂਕੜਾ ਮਾਰਿਆ ਹੋਇਆ, ਜਾ ਕੇ ਮੱਥਾ ਟੇਕਿਆ, ਪਰਿਕਰਮਾ ਕਰੀ। ਭਗਵਾਨ ਸਾਡੇ ਘਰ ਲੰਗਰ ਛਕਿਓ, ਚਲੋ ਚੱਲੀਏ। ਕਹਿੰਦੇ ਬੱਚੀ ਲੰਗਰ ਮੈਂ ਬੇਟਾ ਜ਼ਰੂਰ ਛਕ ਲੂੰਗਾ, ਪਰ ਆ ਮੇਰੀ ਝੋਲੀ ਦੇ ਵਿੱਚ ਇੱਕ ਸਮੇਤ ਜਗ ਦਾ ਫਲ ਪਾ ਦਿਓ। ਉਹ ਕਹਿਣ ਲੱਗੇ ਤਾਂ ਸਾਡੇ ਜਗ ਨਹੀਂ ਪੂਰਾ ਹੋਇਆ, ਕਿਰਪਾ ਕਰੋ। ਕਹਿੰਦੇ ਫਿਰ ਜਾ। ਨਹੀਂ ਮੈਂ ਜਾਂਦਾ ਤੁਹਾਡੇ ਘਰ। ਫਿਰ ਦ੍ਰੋਪਦੀ ਬੈਠ ਗਈ, ਨਹੀਂ ਜਾਂਦਾ। ਕਹਿੰਦਾ ਨਹੀਂ। ਕਿੰਨੇ ਜਗ ਦਾ ਫਲ ਚਾਹੀਦਾ? ਕਹਿੰਦਾ ਇੱਕ ਦਾ। ਕਹਿੰਦੀ ਮੈਂ ਸੁਣਿਆ ਵੇਦਾਂ ਪੁਰਾਣਾਂ ਦੇ ਵਿੱਚ ਪੜਿਆ ਵੀ ਹੈ ਮੈਂ। ਦ੍ਰੋਪਦੀ ਕਹਿਣ ਲੱਗੀ ਹਾਂ, ਸੰਤਾਂ ਵੱਲ ਜਦ ਚੱਲ ਕੇ ਜਾਈਦਾ ਜੀ, ਗੁਰੂਆਂ ਵੱਲ ਜਦ ਚੱਲ ਕੇ ਜਾਈਦਾ ਜੀ। ਤੁਸੀਂ ਵੀ ਆਪਣੇ ਘਰਾਂ ਵਿੱਚ ਆਉਂਦੇ ਹੋ, ਗੁਰੂ ਕੰਨੀ ਇੱਕ ਇੱਕ ਕਦਮ ਦਾ ਅਸਮੇਤ ਜਗ ਦਾ ਫਲ ਪ੍ਰਾਪਤ ਹੁੰਦਾ ਹੈ।
ਉਹ ਕਹਿਣ ਲੱਗੀ ਐਂ ਕਰ, ਮੇਰੇ ਘਰ ਤੋਂ ਲੈ ਕੇ ਇੱਥੋਂ ਤੱਕ ਮਿਣ ਕੇ ਆ ਮੇਰੀਆਂ ਕਿੰਨੀਆਂ ਕਦਮਾਂ ਬਣ ਗਈਆਂ। ਇੱਕ ਕਦਮ ਦਾ ਇੱਕ ਸਮੇਤ ਜੱਗ ਦਾ ਫਲ ਮਿਲਦਾ ਨਾ। ਜਦੋਂ ਸੰਤਾਂ ਕੋਲੇ ਜਾਂਦੇ ਆ, ਕਹਿੰਦੀ ਹਾਂ, ਕਹਿੰਦੀ ਪਹਿਲਾਂ ਮੇਰੀਆਂ ਕਦਮਾਂ ਮਿਣਿਆ ਜਾ ਕੇ, ਉਹਦੇ ਵਿੱਚੋਂ ਭਾਵੇਂ ਤੂੰ 2 ਰੱਖ ਲਈ, 3 ਰੱਖ ਲਈ, 5 ਤੂੰ ਰੱਖ ਲਈ, ਬਾਕੀ ਮੇਰੀ ਝੋਲੀ ਵਿੱਚ ਪਾ ਦੇ, ਚੱਲ ਉੱਠ ਪ੍ਰਸ਼ਾਦਾ ਛਕ, ਸਾਡੇ ਘਰ ਚੱਲ। ਭਗਵਾਨ ਵਾਲਮੀਕ ਮਹਾਰਾਜ ਜੀ ਉੱਠ ਕੇ ਤੁਰ ਪਏ ਅੱਗੇ, ਜਾ ਕੇ ਭੋਜਨ ਛਕਣ ਵਾਸਤੇ ਬੈਠ ਗਏ। ਦੇਖਿਆ ਭੋਜਨ ਤਾਂ ਜ਼ਰੂਰ ਛਕਾਉਂਦੇ ਨੇ, ਉਹ ਐਡੇ ਵੱਡੇ ਭਗਵਾਨ ਨੂੰ ਝੂਠੀਆਂ ਪਤਲਾਂ ਚਕਾਈ ਜਾਂਦੇ ਨੇ। ਆ ਜਿਹੜਾ ਦਾਲ ਪਾਉਣ ਵਾਲਾ, ਖੀਰ ਪਾਉਣ ਵਾਲਾ, ਇਹਦਾ ਮਨ ਕਿਸੇ ਪਾਸੇ, ਇਹਦਾ ਕਿਸੇ ਪਾਸੇ ਹੈ। ਇਹਨਾਂ ਨੂੰ ਇਕੱਠੇ ਕਰੀਏ ਕਿ ਸਾਧੂਆਂ ਦਾ ਕੰਮ ਹੀ ਹੁੰਦਾ ਹੈ। ਬਸ ਜਿਹੜਾ ਹੋ ਨਾ, ਚਲੋ ਗ੍ਰੰਥੀ ਵੀ ਬੜੇ ਆਏ, ਚਲੇ ਵੀ ਜਾਣਗੇ, ਆਉਣਗੇ ਵੀ, ਪਰ ਹਰ ਇੱਕ ਦੇ ਹਿੱਸੇ ਵਿੱਚ ਇਹ ਨਹੀਂ ਹੋਣਾ। ਹੋਰ ਵੀ ਤਕਰੀਬਨ ਸਾਨੂੰ ਬੜੇ ਥਾਂ ਜਾਣ ਦਾ ਸੁਭਾਗ ਮਿਲਦਾ। ਉਹ ਕਹਿੰਦੇ ਸੰਗਰਾਂਦ ਬਣਾਓ, ਭੋਗ ਪਾਓ ਸੰਗਰਾਂਦ ਦਾ, ਪ੍ਰਬੰਧਕ ਤੋਂ ਤਨਖਾਹ ਫੜੋ, ਜੇਬ 'ਚ ਪਾਓ, ਚਲੋ ਜੀ ਜਾਣ ਦੋ ਜਿਹਨੂੰ ਜਾਂਦਾ। ਪਰ ਸੱਚ ਜਾਣਿਓ, ਮੈਂ ਕੋਈ ਵਡਿਆਈ ਨਹੀਂ ਕਰਦਾ ਆਪਣੀ, ਪਰ ਇਸ ਤਰ੍ਹਾਂ ਜਿਵੇਂ ਆ ਦੇਖੋ ਭਗਵਾਨ ਵਾਲਮੀਕ ਮਹਾਰਾਜ ਜੀ ਦਾ ਕਈ ਦਿਨਾਂ ਤੋਂ ਵਾਜਾ ਮਾਰਦੇ ਆ, ਉਹ ਆਜੋ ਆਪਾਂ ਸਾਰੇ ਰਲ ਕੇ ਭਗਵਾਨ ਵਾਲਮੀਕ ਮਹਾਰਾਜ ਜੀ ਦਾ ਅਵਤਾਰ ਦਿਹਾੜਾ ਮਨਾਉਣਾ। ਕੋਈ ਗੁਰੂ ਨਾਲ ਜੁੜ ਜੂਗਾ, ਉਹਦੇ ਵਿੱਚ ਸਾਡਾ ਵੀ ਭਲਾ ਹੈ। ਕਿਸੇ ਨਾ ਕਿਸੇ ਦੇ ਮਨ ਵਿੱਚ ਵੱਜ ਜੂ ਗੱਲ ਵੀ ਹਾਂ ਭਗਵਾਨ ਵਾਲਮੀਕ ਮਹਾਰਾਜ ਜੀ ਨੇ ਇਸ ਤਰ੍ਹਾਂ ਸਭ ਨੂੰ ਜੋੜਿਆ। ਬਸ ਸਾਡਾ ਵੀ ਕੋਈ ਮਕਸਦ ਹੈ, ਕੋਈ ਨਾ ਕੋਈ ਜੁੜੇ, ਗੁਰਦੁਆਰੇ ਆਵੇ, ਕਿਸੇ ਦਾ ਭਲਾ ਹੋ ਜਾਵੇ, ਕਿਸੇ ਦੀ ਅਸੀਸ ਸਾਨੂੰ ਲੱਗ ਜਾਵੇ। ਬਸ ਹੁਣ ਬੈਠ ਕੇ ਕਹਿੰਦੇ ਵੀ 36 ਕੌਲੀਆਂ ਲਿਆਤੀਆਂ ਪਾ ਕੇ, 36 ਕੌਲੀਆਂ। ਭਗਵਾਨ ਕਹਿਣ ਲੱਗੇ ਕਿਹੜੀ ਚੋਂ ਚਮਚਾ ਲਾਵਾਂ, ਪਰ ਇਹਨਾਂ ਨੂੰ ਇਕੱਠੇ ਕਰੀਏ ਕਿਸੇ ਨਾ ਕਿਸੇ ਲੋਟ। 36 ਦੀਆਂ 36 ਕੌਲੀਆਂ ਢੇਰੀ ਕਰ ਲੀਆਂ ਥੱਲੇ ਧਰਤੀ ਦੇ ਵਿੱਚ, ਹੱਥ ਮਾਰਤਾ ਹੈ ਤੇ ਉਹਦੇ ਵਿੱਚੋਂ ਛਕਣ ਲੱਗੇ। ਦ੍ਰੋਪਦੀ ਕਹਿਣ ਲੱਗੀ ਭਗਵਾਨ ਤਾਂ ਜ਼ਰੂਰ ਬਣ ਗਿਆ, ਰਿਸ਼ੀ ਤਾਂ ਜ਼ਰੂਰ ਬਣ ਗਿਆ, ਪਰ ਖਾਣਾ ਨਹੀਂ ਆਇਆ। ਬੋਲੋ ਸਤਿਨਾਮ ਵਾਹਿਗੁਰੂ। ਅਸੀਂ ਕੌਲੀਆਂ 'ਚ ਪਾ ਕੇ ਲਿਆਏ ਆ, ਸੋਨੇ ਦਾ ਥਾਲ ਰੱਖਿਆ ਹੈ, ਇਹ ਤਾਂ ਥੱਲੇ ਹੀ ਧਰ ਕੇ ਖਾਣ ਲੱਗ ਗਿਆ। ਸੰਖ ਰੱਖਿਆ ਸੀ ਉੱਤੇ, ਕੜਤਾਲ ਰੱਖੀ ਸੀ, ਵੱਜ ਤਾਂ ਗਏ ਪਰ ਥੋੜੇ ਜੇ ਵੱਜੇ, ਥੋੜਾ ਜਿਹਾ ਖੜਾਕ ਹੋਇਆ। ਭਗਵਾਨ ਕ੍ਰਿਸ਼ਨ ਮਹਾਰਾਜ ਜੀ ਬੈਠੇ ਨੇ ਕੋਲ, ਭੋਜਨ ਛਕ ਰਹੇ ਨੇ, ਸਾਰੇ ਕੈਰੋਂ ਪਾਂਡੂ ਬੈਠੇ ਨੇ ਕੋਲ। ਪੁੱਛਿਆ ਇਹਦਾ ਕਾਰਨ ਕੀ ਹੈ? ਕਹਿੰਦੇ ਆ ਇਹਦਾ ਕਾਰਨ ਹੈ ਵੀ ਆ ਤੁਹਾਡੀ ਦ੍ਰੋਪਦੀ ਹੈ ਜਿਹੜੀ। ਦ੍ਰੋਪਦੀ ਨੂੰ ਪੁੱਛਿਆ ਕੀ ਕਾਰਨ ਹੋ ਗਿਆ? ਕਹਿੰਦੀ ਮੈਂ ਤਾਂ ਇੰਨਾ ਕੀ ਕਿਹਾ ਸੀ, ਅਸੀਂ ਤਾਂ ਕੌਲੀਆਂ 'ਚ ਪਾ ਕੇ ਲਿਆਏ ਆ ਤੇ ਭਗਵਾਨ ਨੇ ਥੱਲੇ ਸਾਰਾ ਧਰਤੀ ਉੱਤੇ ਭੋਜਨ ਖੰਡਿਆ ਲਿਆ ਤੇ ਹੱਥ ਮਾਰ ਕੇ ਖਾਣ ਲੱਗ ਪਏ। ਭਗਵਾਨ ਵਾਲਮੀਕ ਮਹਾਰਾਜ ਜੀ ਕਹਿਣ ਲੱਗੇ ਬਹੁਤ ਭੋਜਨ ਛਕ ਕੇ ਗਏ ਨੇ ਸਾਧੂ ਤੁਹਾਡੇ ਕੋਲੇ, ਪਰ ਕੋਈ ਇਹੋ ਜਿਹਾ ਨਹੀਂ ਆਇਆ। ਕਿਹੜਾ? ਉਹ ਸਾਧੂ ਹੀ ਜੋੜਨਗੇ ਟੁਕੜੇ ਤੇਰੇ ਹੋ ਗਏ ਮਨ ਦੇ, ਸਾਧੂ ਹੀ ਜੋੜਦੇ ਜੀ ਟੁਕੜੇ ਤੇਰੇ ਹੋ ਗਏ ਮਨ ਦੇ। ਉਹ ਸਾਧੂ ਹੀ ਜੋੜਨਗੇ ਟੁਕੜੇ ਤੇਰੇ ਹੋ ਗਏ ਮਨ ਦੇ, ਸਾਧੂ ਹੀ ਜੋੜਨਗੇ ਤੇਰੇ ਹੋ ਗਏ ਮਨ ਦੇ, ਸਾਧੂ ਜੋੜਨਗੇ ਲੁਗੜੇ ਤੇਰੇ ਹੋ ਗਏ ਮਨ ਦੇ, ਸਾਧੂ ਜੋੜਨਗੇ ਟੁਕੜੇ ਤੇਰੇ ਹੋ ਗਏ ਮਨ ਦੇ। ਆ ਸਾਧੂ ਹੀ ਜੋੜ ਦੋ ਜੀ ਟੁਕੜੇ ਤੇਰੇ ਹੋ ਗਏ ਮਨ ਦੇ, ਸਾਧੂ ਹੀ ਜੋੜ ਦੋ ਜੀ ਟੁਕੜੇ ਤੇਰੇ ਹੋ ਗਏ ਮਨ ਦੇ, ਸਾਧੂ ਹੀ ਜੋੜਨਗੇ ਟੁਕੜੇ ਤੇਰੇ ਹੋ ਗਏ ਮਨ ਦੇ, ਸਾਧੂ ਹੀ ਜੋੜਨਗੇ ਟੁਕੜੇ ਤੇਰੇ ਹੋ ਗਏ ਮਨ ਦੇ, ਜੋੜਨਗੇ ਟੁਕੜੇ ਤੇਰੇ ਹੋ ਗਏ ਮਨ ਦੇ, ਸਾਧੂ ਹੀ ਜੋੜਨਗੇ ਟੁਕੜੇ ਤੇਰੇ ਹੋ ਗਏ ਮਨ ਦੇ। ਮਹਾਰਾਜ ਜੀ ਕਹਿਣ ਲੱਗੇ ਸਾਧੂਆਂ ਦੇ ਹੱਥ ਵਿੱਚ ਹੁੰਦੀ ਹੈ। ਅੱਡ ਅੱਡ ਮਨ ਹੋਏ ਪਏ ਸੀ। ਭਗਵਾਨ ਕ੍ਰਿਸ਼ਨ ਮਹਾਰਾਜ ਜੀ ਕਹਿਣ ਲੱਗੇ ਭੋਜਨ ਬਣਾਇਆ ਜ਼ਰੂਰ, ਲੰਗਰ ਲਾਇਆ ਜ਼ਰੂਰ, ਪਰ ਮਨ ਵਿੱਚ ਕੁਝ ਹੋਰ ਸੀ। ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ। ਕਹਿੰਦੇ ਤੁਹਾਡੇ ਮਨ ਵਿੱਚ ਕੁਝ ਹੋਰ ਸੀ। ਤੁਹਾਡੇ ਮਨ ਦਾ ਵਹਿਮ ਕੱਢਣ ਵਾਸਤੇ ਮਹਾਰਿਸ਼ੀ ਭਗਵਾਨ ਵਾਲਮੀਕ ਮਹਾਰਾਜ ਜੀ ਨੇ ਆ ਕੇ ਤੁਹਾਡਾ ਪਹਿਲਾ ਮਨ ਇੱਕ ਕਰਿਆ। ਇਹ ਵੀ ਇੱਕ ਸਿੱਖਿਆ ਹੈ।
ਦੇਖੋ ਇਹ ਤੋਂ ਸਾਨੂੰ ਅੱਜ ਦੇ ਸਮੇਂ ਵਿੱਚ ਕਿੰਨੀਆਂ ਕਿ ਸਿੱਖਿਆ ਮਿਲ ਸਕਦੀਆਂ। ਘਰ ਨੂੰ ਸਵਰਗ ਬਣਾਉਣਾ, ਸਾਰੇ ਇਕੱਠੇ ਬਹਿ ਕੇ ਭੋਜਨ ਛਕੋ। ਸ਼ਾਮ ਦਾ ਵਕਤ ਹੁੰਦਾ ਹੈ, ਤੁਹਾਡੇ ਘਰ ਵਿੱਚ ਸਵਰਗ ਬਣ ਜਾਊਗਾ। ਇੱਥੇ ਹੀ ਹੈ ਸਵਰਗ। ਸ਼ਾਮ ਦਾ ਵਕਤ ਹੁੰਦਾ, ਭੋਜਨ ਬਣਾ ਕੇ ਰੱਖ ਲਓ, 5-7 ਮਿੰਟ ਬੈਠ ਕੇ ਵਾਹਿਗੁਰੂ ਵਾਹਿਗੁਰੂ ਕਰੋ। ਸਾਰਾ ਟੱਬਰ ਧਰ ਲਓ, ਵਿਚਾਲੇ ਦਾਲ ਵਾਲੀ ਉਹ ਜਿਹੜੀ ਪਤੀਲੀ ਉਹ ਧਰ ਲਓ ਭਾਵੇਂ, ਪਰ 5-7 ਮਿੰਟ ਵਾਹਿਗੁਰੂ ਵਾਹਿਗੁਰੂ ਕਰਕੇ ਸਾਰੇ ਪ੍ਰਸ਼ਾਦਾ ਛਕ ਕੇ ਦੇਖੋ, ਤੁਹਾਡੇ ਘਰ ਵਿੱਚ ਬਰਕਤ ਆਉਣੀ ਹੈ। ਅੱਜ ਤੋਂ ਹੀ ਸ਼ੁਰੂ ਹੋ ਜਾਣਗੀਆਂ। ਪਰ ਅੱਜ ਸਮਾਂ ਕਿਹੜਾ ਚੱਲਦਾ ਹੈ। ਖੈਰ ਮਾਫ ਕਰਿਓ ਭੈਣਾਂ, ਕਿਤੇ ਗਿਲਾ ਵੀ ਨਾ ਮਨਾਇਓ। ਆਟਾ ਗੁੰਨ ਕੇ ਰੱਖਤਾ ਫਰਿੱਜ ਵਿੱਚ। ਜਦੋਂ ਵੀ ਕੋਈ ਆਇਆ ਉਹਨੇ ਪੁੱਛਿਆ ਵੀ ਕੈ ਰੋਟੀਆਂ ਖਾਣੀਆਂ ਨੇ, ਉਹ ਕਹਿੰਦਾ ਵੀ 3-4 ਬਣਾ ਦੇ। ਜਦੋਂ 3-4 ਪੂਰੀਆਂ ਹੋ ਗਏ, ਹੋਰ ਖਾਏਗਾ ਤਾਂ ਲਾਹੂੰ, ਤੇ ਨਹੀਂ ਫੇਰ ਚੱਕ ਕੇ ਉਹ ਫਰਿੱਜ ਵਿੱਚ ਆਟਾ ਧਰ ਦਿੰਦੀ ਆ। ਬੋਲੋ ਸਤਿਨਾਮ। ਕਿਉਂਕਿ ਦੂਜੀ ਗੱਲ, ਹੁਣ ਤੁਸੀਂ ਇਹ ਕਹੋਗੇ ਵੀ ਸਮਾਂ ਹੀ ਕਿਹਦੇ ਕੋਲ, ਇਹ ਵੀ ਗੱਲ ਹੈ ਤੁਹਾਡੀ ਅੱਗੇ ਵੀ ਸਮਾਂ ਨਹੀਂ ਜੀ। ਉਦੋਂ ਭੱਜ ਕੇ ਉਹ ਆਇਆ, 2 ਰੋਟੀਆਂ ਬਣਾਤੀਆਂ। ਪੁਰਾਣੇ ਸਮੇਂ ਸਾਡੇ ਬਜ਼ੁਰਗ, ਮੈਂ ਬੜੀ ਅਰਜ਼ ਕਰੀ, ਮੇਰੇ ਗੁਰਦੇਵ ਦੀ ਬੜੀ ਵਧੀਆ ਗੱਲ ਹੈ। ਕਹਿੰਦੇ ਭੋਜਨ ਬਣਾ ਕੇ ਬੀਬੀਆਂ ਲੈ ਕੇ ਜਾਂਦੀਆਂ। ਜਦੋਂ ਖੇਤ ਵਿੱਚ ਨਾ ਕੋਈ ਸਾਧੂ ਮਹਾਂਪੁਰਖ ਕੋਈ ਵੀ ਰਾਹੀ ਲੰਘਿਆ ਜਾਂਦਾ, ਉਹਨੂੰ ਆਵਾਜ਼ ਮਾਰ ਕੇ ਦੇਣੀ, ਆ ਜਾ ਭੋਜਨ ਬਣਿਆ ਪਿਆ, ਤਿਆਰ ਹੈ, ਛਕ ਲੈ। ਉਹਨੇ ਜਾਂਦੇ ਨੇ ਹੱਥ ਬਾਂਹ ਹੱਥ ਕਰਕੇ ਕੜੀ, ਪਰਮਾਤਮਾ ਬਹੁਤਾ ਦੇਵੇ ਤੁਹਾਨੂੰ, ਮੈਂ ਛਕ ਕੇ ਆਇਆ ਹਾਂ। ਜਾਂਦੇ ਜਾਂਦੇ ਰਾਹੀ ਦੀ ਖੁਸ਼ੀ, ਅੱਜ ਘਰਦਿਆਂ ਦੀ ਅਸੀਂ ਖੁਸ਼ੀ ਨਹੀਂ ਲੈ ਸਕਦੇ। ਇਸ ਕਰਕੇ ਸਵਰਗ ਹੈ ਸਭ ਤੋਂ ਵੱਡਾ। ਭਗਵਾਨ ਵਾਲਮੀਕ ਮਹਾਰਾਜ ਜੀ ਕਹਿਣ ਲੱਗੇ, ਇਕੱਠੇ ਰਹਿਓ, ਬਸ ਇਹੀ ਸੰਦੇਸ਼ ਹੈ। ਤੇ ਦੂਸਰਾ ਸੰਦੇਸ਼ ਦਿੱਤਾ ਉਹਨਾਂ ਨੇ ਅੱਜ ਦੇ ਯੁੱਗ ਵਿੱਚ, ਉਹ ਕੀ ਕਹਿੰਦੇ, ਜਦੋਂ ਤੁਸੀਂ ਘਰ ਤੋਂ ਚੱਲ ਕੇ ਆਉਨੇ ਹੋ, ਇਹ ਨਾ ਕਹੋ ਅਸੀਂ ਆਉਨੇ ਆ, ਤੁਹਾਨੂੰ ਗੁਰੂ ਲੈ ਕੇ ਆਉਂਦਾ ਹੈ। ਤੇ ਇੱਕ ਇੱਕ ਕਦਮ ਦਾ ਅਸਮੇਤ ਜੱਗ ਦਾ ਫਲ ਜਿਹੜਾ ਪ੍ਰਾਪਤ ਹੁੰਦਾ ਹੈ। 101 ਜੱਗ ਕਰਕੇ ਫਿਰ ਅਸਮੇਤ ਜੱਗ ਦਾ ਫਲ ਪ੍ਰਾਪਤ ਹੁੰਦਾ ਹੈ। ਪਰ ਮਹਾਰਾਜ ਜੀ ਕਹਿੰਦੇ ਜਦੋਂ ਅਸੀਂ ਗੁਰੂ ਕੰਨੀ ਚੱਲ ਕੇ ਆਉਨੇ ਆ, ਉਦੋਂ ਇੱਕ ਇੱਕ ਕਦਮ ਦਾ ਅਸਮੇਤ ਜੱਗ ਦਾ ਫਲ ਪ੍ਰਾਪਤ ਹੁੰਦਾ। ਆਓ ਅੱਜ ਸ਼੍ਰੋਮਣੀ ਭਗਤ ਵਾਲਮੀਕ ਮਹਾਰਾਜ ਜੀ ਦਾ ਆਗਮਨ ਪੁਰਬ ਹੈ। ਸਮੁੱਚੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਭਾਈ। ਤੇ ਦੂਸਰੀ ਬੇਨਤੀ ਹੈ, ਹੁਣ ਤਕਰੀਬਨ 8 ਵਜੇ ਸੁਖਮਨੀ ਸਾਹਿਬ ਦਾ ਪਾਠ ਹੋ ਜਾਊਗਾ। ਅੱਜ ਥੋੜਾ ਜਿਹਾ ਵਿਸ਼ੇਸ਼ ਹੈ, ਬਸ ਇਹ ਵੀ ਜੋੜਦਾ ਹੀ ਉਪਰਾਲਾ ਸਾਨੂੰ, ਹੋਰ ਤੱਕ ਕੀ ਹੈ। ਜਿੰਨੇ ਵੀ ਤੁਸੀਂ ਸਰਕਾਰੀ ਕੋਈ ਡਿਊਟੀ ਲੱਗਿਆ ਜਾਂ ਕੋਈ ਹੋਰ ਲੱਗਿਆ, ਉਹਨਾਂ ਨੂੰ ਸਭ ਨੂੰ ਛੁੱਟੀ ਹੋਊ ਅੱਜ। ਆ ਮੇਰਾ ਵੱਡਾ ਵੀਰ ਬੈਠਾ ਭਾਈ ਦਾਰਾ ਸਿੰਘ, ਦੇਖੋ ਨਗਰਾਂ ਵਿੱਚ ਜਾਂਦਾ ਗੈਸ ਲੈ ਕੇ, ਉਹ ਜਿਹੜਾ ਟਰੱਕ ਚਲਾ ਕੇ, ਇਹਨਾਂ ਦੀ ਸਰਕਾਰੀ ਡਿਊਟੀ ਨੂੰ ਵੀ ਸਖਤ ਹੈ। ਪਰ ਇਹ ਕਹਿਣ ਲੱਗੇ ਜੇ ਭਗਤਾਂ ਦਾ ਜਨਮ ਦਿਹਾੜਾ ਆਪਾਂ ਸਾਰੇ ਰਲ ਮਿਲ ਕੇ ਮਨਾਈਏ, ਕਿਸੇ ਸੰਗਤ ਦੀ ਖੁਸ਼ੀ ਲਈਏ, ਕੋਈ ਚਾਹ ਪਾਣੀ ਛਕ ਜੇ। ਜਿਵੇਂ ਕੱਲ ਮੈਰਿਜ ਕਰ ਰਿਹਾ ਸੀ ਨਾ, ਉੱਥੇ ਬੈਠਾ, ਜਦੋਂ ਤੁਸੀਂ ਦਿੱਲੀ ਨੂੰ ਜਾਓਗੇ ਨਾ, ਪਾਣੀਪਤ ਕਰਨਾਲ ਦੇ ਕੋਲੇ ਕਰਨਾਲ ਸ਼ਹਿਰ ਸੜਕ ਪੈਂਦੀ ਹੈ, ਉੱਥੋਂ ਵਿਚਾਲਦੀ ਜਾਂਦੀ ਹੈ, ਉਹਦੇ ਉੱਥੇ ਇੱਕ ਗੁਰੂ ਘਰ ਬਣਿਆ ਹੋਇਆ, ਬਹੁਤ ਸੁੰਦਰ ਗੁਰੂ ਘਰ ਬਣਿਆ। ਉੱਥੇ ਸੰਤ ਬਾਬਾ ਨਰੈਣ ਸਿੰਘ ਮੋਨੀ ਜੀ ਮਹਾਰਾਜ ਨੇ ਵੀ ਸਾਨੂੰ ਭੇਜਿਆ, ਕੋਤਰੀ ਕਰੀ ਸੀ ਉੱਥੇ। 505 ਅਖੰਡ ਪਾਠ ਇਕੱਠੇ ਪ੍ਰਕਾਸ਼ ਹੋਏ ਸੀ, ਜਿਹਦੇ ਵਿੱਚ ਬਾਬਾ ਵਿਧੀ ਚੰਦ ਜੀ ਹੋਰ ਸਿਆਣੇ ਸਿਆਣੇ ਮਹਾਂਪੁਰਖ ਗਏ ਸੀ। ਉਹਨਾਂ ਦੇ ਨਾਲ ਮੈਂ ਵੀ ਛੋਟਾ ਜਿਹਾ ਹੁੰਦਾ, ਮੈਂ ਵੀ ਗਿਆ ਸੀ, ਨਾਲ ਦੇਖ ਕੇ ਆਇਆ ਸੀ ਉੱਥੇ ਮੈਂ। ਉਹ ਮਹਾਂਪੁਰਖਾਂ ਦਾ ਸਥਾਨ ਬਣਿਆ ਹੋਇਆ ਬੜਾ ਸੁੰਦਰ। ਉੱਥੇ ਇੱਕ ਬੋਰਡ ਲੱਗਾ, ਤੁਸੀਂ ਜਾਂਦੇ ਹੋਏ ਪੜ੍ਹਿਓ, ਕਿਤੇ ਗੁਰਦੁਆਰੇ ਚ ਅੰਦਰ ਜਾਣਾ ਨਾ ਜਾਣਾ ਤੁਹਾਡੀ ਆਪਣੀ ਮਰਜ਼ੀ ਹੈ। ਉੱਥੇ ਮਹਾਂਪੁਰਖਾਂ ਦਾ ਫੋਟੋ ਸਰੂਪ ਲੱਗਿਆ, ਹੱਥ ਬੰਨ ਕੇ ਇਸ ਤਰ੍ਹਾਂ। ਉੱਥੇ ਇੱਕ ਲਾਈਨ ਲਿਖੀ ਹੋਈ ਹੈ ਬੜੀ ਸੁੰਦਰ, ਮੇਰੇ ਬੜੀ ਹਰ ਇੱਕ ਥਾਂ ਤੇ ਮੇਰੇ ਕੰਮ ਆਉਂਦੀ ਹੈ ਉਹ, ਪਰ ਅਸੀਂ ਚਲੋ ਕਮਾਈ ਤਾਂ ਨਹੀਂ, ਅਸੀਂ ਤਾਂ ਖਾਣ ਵਾਲਿਆਂ 'ਚ ਹੀ ਹੈ। ਉੱਥੇ ਉਹਨਾਂ ਦਾ ਇੱਕ ਬਚਨ ਲਿਖਿਆ ਹੋਇਆ, ਕਹਿੰਦੇ ਭਾਈ ਜੇ ਤੁਸੀਂ ਘਰ ਵਿੱਚ ਰੋਟੀ ਖਾ ਕੇ ਵੀ ਆਏ ਹੋ ਨਾ, ਚਾਹ ਪਾਣੀ ਛਕ ਕੇ ਆਏ ਹੋ, ਤੁਹਾਡੀ ਗੱਡੀ ਵਿੱਚ ਵੀ ਸ਼ਾਇਦ ਭੋਜਨ ਪਿਆ ਹੋਵੇ, ਪਰ ਇਉਂ ਕਰੋ ਇਸ ਗੁਰੂ ਘਰ ਵਿੱਚ ਆ ਜਾਓ, ਇੱਕ ਪ੍ਰਸ਼ਾਦਾ ਛਕ ਲਓ। ਇੱਕ ਪ੍ਰਸ਼ਾਦਾ ਛਕੋਗੇ, ਜਦੋਂ ਤੁਹਾਡਾ ਥਾਲ ਜੂਠਾ ਹੋ ਜਾਊਗਾ, ਤੁਹਾਡਾ ਗਲਾਸ, ਤੁਹਾਡਾ ਚਮਚਾ, ਤੁਹਾਡੀ ਕੌਲੀ, 4 ਭਾਂਡੇ ਹੋ ਜਾਣਗੇ ਜੂਠੇ, ਤੇ ਉਹ ਚਾਰੇ ਭਾਂਡੇ ਜੂਠੇ ਮਾਂਜਣ ਦਾ ਸਾਨੂੰ ਸੁਭਾਗ ਪ੍ਰਾਪਤ ਹੋ ਜਾਊਗਾ। ਬੋਲੋ ਸਤਿਨਾਮ ਵਾਹਿਗੁਰੂ। ਉਹ ਤੁਹਾਡੇ ਜੂਠੇ ਭਾਂਡੇ ਮਾਂਜਣ ਦਾ ਸਾਨੂੰ ਸੁਭਾਗ ਪ੍ਰਾਪਤ ਹੋ ਜੂ। ਬਸ ਮਨ ਵਿੱਚ ਇੰਨਾ ਕੀ ਹੈ, ਸਾਡੇ ਵੀ ਸੰਗਤ ਆਵੇ, ਕੋਈ ਜਲ ਪਾਣੀ ਛਕੇ, ਕਿਸੇ ਦੀ ਅਸੀਸ ਲੱਗ ਜਾਵੇ ਸਾਨੂੰ, ਤੇ ਜਦੋਂ ਉਹਦੀ ਅਸੀਸ ਲੱਗੀ ਸਾਡਾ ਭਲਾ ਹੋ ਜਾਊਗਾ। ਬੇਨਤੀ ਪ੍ਰਵਾਨ ਕਰਿਓ, 8 ਵਜੇ ਬਾਅਦ ਸੁਖਮਨੀ ਸਾਹਿਬ ਦਾ ਪਾਠ ਸ਼ੁਰੂ ਕਰ ਦਿਆਂਗੇ ਅਸੀਂ, ਤੇ ਉਸ ਤੋਂ ਬਾਅਦ ਫਿਰ
थोड़ा जिहा समा हर जस कथा कीर्तन की इन्नी क संगत आ जूगी। अज छुट्टी है तुहानू भी, क्योंकि तां एक जिहड़ी आ ओह पंजाब पद्धर ते कह लो वड्डी छुट्टी हुंदी है। तुहानू छुट्टी होगी, साडा स्कूल दुबारे भी लगूगा। बोलो सतनाम। हुण भी लग्या, तड़के 4 बजे तो लग्या होया, 6:30 हो गए, अजे भी साडा स्कूल चलदा। 8 बजे फिर साडा स्कूल शुरू हो जाना, 10 बजे तक फिर लगना, शाम नूं फिर लगना। इस करके तुहानू सरकारी छुट्टी है, पर सानू निरंकार दे देश विच एक ड्यूटी लगी हुई है। वो की कहंदे, प्यार विच आके एक धारना पढ़ के नशा दी बाणी विच जोड़ियो। महाराज जी कहण लगे प्यार विच कहंदे ए ठीक है, नौकरियां करनी चाहिए, चलदा भी नहीं काम, साडी भी नौकरी हुई है इत्थे, तुहाडी भी नौकरी है, पर एक सच्ची नौकरी हो रहा कि वो झूठी नौकरी छड्ड के नौकर हो जाना महाराज दा। नौकरी छड्ड के नौकर हो जाना महाराज दा। ओ झूठी नौकरी छड्ड के नौकर हो जाना, वो झूठी नौकरी छड्ड के नौकरी छड्ड के नौकर हो जाना महाराज, नौकर हो जाना महाराज दा, नौकर हो जाना महाराज, नौकर हो जाना महाराज, हो जाना महाराज दा, जाना महाराज दा, नौकर हो जाना महाराज दा। झूठी नौकरी छड्ड के नौकर हो जाना करतार दा। झूठी नौकरी छड्ड के नौकर हो जाना महाराज दा। झूठी नौकरी छड्ड के नौकर हो जाना महाराज दा। झूठी नौकरी छड्ड के नौकर हो जाना महाराज दा। झूठी नौकरी छड्ड के नौकर हो जाना महाराज दा। झूठी नौकरी छड्ड के नौकर हो जाना महाराज दा। तुहाडी दिली प्रेम है, जिन्हां दा दिलों मुहब्बत जिन सही सच्चिया, गुरु दे नाल सच्ची मुहब्बत होई, ਉਹ तकरीबन 9:30 ਵਜੇ ਨੂੰ ਇੱਥੇ ਦੁਬਾਰਾ ਪਹੁੰਚ ਜਿਓ। घर ਦਾ ਕੰਮ ਧੰਦਾ ਇੰਨੇ ਕੁ ਚਿਰ ਹੋ ਜਾਊਗਾ। ਚਲੋ ਵੈਸੇ ਤਾਂ ਮੁੱਕਦਾ ਹੀ ਨਹੀਂ ਕੰਮ, ਤਾਂ ਮਨੁੱਖ ਮੁੱਕ ਜਾਂਦਾ, ਕੰਮ ਉੱਥੇ ਦਾ ਉੱਥੇ ਖੜਾ। ਇਸ ਕਰਕੇ ਚਲੋ ਜਿੰਨਾ ਕਹਿ ਕੰਮ ਧੰਦਾ ਕਰਕੇ 9:30 ਵਜੇ ਨੂੰ ਸਹੀ, ਕਿਉਂਕਿ 9:30 ਤੋਂ 10 ਵਜੇ ਤੱਕ ਫੇਰ 10 ਮਿੰਟ ਬਾਬਾ ਜੀ ਦੇ ਜੀਵਨ ਵਰਤਾਏ ਕੋਈ ਨਾ ਕੋਈ ਫੇਰ ਵਿਚਾਰ ਤੁਹਾਡੇ ਨਾਲ ਸਾਂਝੀ ਕਰ ਲਾਂਗੇ। 10 ਵਜੇ ਫਿਰ ਚਾਹ ਦੇ ਲੰਗਰ ਦੀ ਸੇਵਾ। ਬਹੁਤ ਸੰਗਤਾਂ ਨੇ ਯੋਗਦਾਨ ਪਾਇਆ। ਭਾਈ ਮੇਰਾ ਮਾਲਕ ਆਪ ਜਾਣੀ ਜਾਣ ਹੈ, ਜੇ ਅਸੀਂ ਦਸੀਏ ਨਾ ਲਿਸਟ ਵੀ ਵੱਡੀ ਬਣ ਜੂਗੀ, ਤੇ ਨਾਲੇ ਫਿਰ ਇਹ ਹੋ ਜਾਂਦਾ ਦੂਸਰਿਆਂ ਨੂੰ, ਕਈਆਂ ਨੂੰ ਵੀ ਪਤਾ ਨਹੀਂ, ਸ਼ਾਇਦ ਇਹ ਵਡਿਆਈ ਕਰਦੇ ਨੇ, ਪਰ ਜਿਹੜਾ ਸਹੀ ਮਾਰਗ ਦੇ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਸਹੀ ਗੱਲ ਦੀ ਵਡਿਆਈ ਕੋਈ ਮਾੜੀ ਵੀ ਨਹੀਂ ਹੈ। ਤੇ ਜ਼ਰੂਰ ਅੱਥੀ ਸੇਵਾ ਕਰਕੇ ਆਪ ਜੀ ਨੇ ਵੱਧ ਚੜ ਕੇ ਯੋਗਦਾਨ ਪਾਉਣਾ ਹੈ, ਤੇ ਅੱਥੀ ਸੇਵਾ ਵੀ ਕਰਨੀ ਹੈ। ਭਾਵੇਂ ਇੱਕ ਬਰਤਨ ਹੀ ਮੰਜਣਾ ਪੈ ਜੇ, ਇੱਕ ਹੀ ਪਾਵੇ, ਇਹਨੇ ਨਾਲ ਵੀ ਗੁਰੂ ਦੀ ਖੁਸ਼ੀ ਜਿਹੜੀ ਉਹ ਸਾਨੂੰ ਪ੍ਰਾਪਤ ਹੋ ਜਾਣੀ। ਰਾਮ ਕਲੀ ਮਹਲਾ ਤੀਜਾ ਆਨੰਦ ਓੰਕਾਰ। सतगुरु प्रसाद अनंत पाया मेरी माए, सतगुरु में पाया कैसे ती मन दियां वरदानियां, रागतन परिवार प्रिया शब्द गावन आईया। हरि के रमण वसाया, कह नानक नंदो सतगुरु में पाया। मन मेरे दुमदार वर्णाले, तू मन मेरे दुख सब विसारना। अंगीकारो करे तेरा दार सब द्वारना। नागला समरथ स्वामी सुख मन विसारे। नानक मन मेरे सदारो वर्णाले, सच साहिबा क्या नहीं करते रहे, है निजे तो पावे। कुशला तेरी नाम मन विसावे। आम दिन के मन बचा बाजे दौड़ गनेरे, कह नानक सच्चे साहिब क्या नहीं करते रहे। सचा नाम मेरा आधारो, सात
ਨਾਮ ਧਾਰ ਮੇਰਾ ਜਨ ਭੁੱਖਾਂ ਸਭ ਭਗਵਾਨ ਦਾਨ ਸੁਖ ਮਨ ਆਈ ਵਸਿਆ ਜਨੀ ਇੱਛਾ ਸਭ ਪੁਜਾਈਆਂ ਕੁਰਬਾਨ ਕੀਤਾ ਗੁਰ ਵਿਟੋ ਦਿੰਦੀਆਂ ਬੜਿਆਈਆਂ ਐ ਨਾਨਕ ਸੁਣੋ ਸੰਤੋ ਜਲ ਕਰੋ ਪਿਆਰੋ ਨਾਮ ਮੇਰਾ ਧਾਰੋ ਵਾਜੇ ਪੰਜ ਰਬ ਸਤਕਾਰ ਸੁਭਾਗਾ ਹਰ ਵਿਭਾਗਾ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਵਜੇ ਕੀਤੇ ਪਾਲ ਘੰਟ ਮਾਰਿਆ ਧਰਮ ਬਾਇਆ ਭਜਨ ਕੋ ਸੁਨਾਮ ਹਰ ਕੋ ਲਾਗੇ ਨਾਨਕ ਦਾਸ ਕੋ ਆਦਿਤ ਕਰ ਅਨਾਦ ਵਾਜੇ ਰੰਗ ਸੁਨੰਬੜ ਭਾਗੀਓ ਸਗਲ ਮਨੋਰਥ ਪੂਰੇ ਪਾਲ ਨੇ ਬਤਾਇਆ ਉਤਰੇ ਸਗਲ ਵਸੂਰੇ ਉਪਰੋ ਸੰਤਾ ਮਿੱਤਰ ਸੁਣੀ ਸੱਚੀ ਬਾਣੀ ਸਾਧਨ ਪਏ ਦਸੇ ਪੂਰੇ ਗੁਰ ਤੇ ਜਾਣੀ ਤੇ ਬਿਨ ਗਾਥੇ ਸਤਿਗੁਰ ਆਪੇ ਪੂਰੇ ਨਾਨਕ ਗੁਰ ਚਰਨ ਲਾਗੇ ਬਾਜੇ ਹਸੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।